Hello students, I am Karanjeet. I welcome you all on our YouTube channel Study Buzzer. Study Buzzer channel ਤੇ ਤੁਹਾਡਾ ਸਭ ਦਾ ਸਵਾਗਤ ਹੈ। ਇਸ ਚੈਨਲ ਤੇ ਆਪਾਂ ਇੰਗਲਿਸ਼ ਦੇ ਜਿਹੜੇ ਲੈਕਚਰਸ ਹਨ ਉਹ ਸਾਰੇ ਆਪਾਂ ਕਵਰ ਕਰਾਂਗੇ। ਜਿਵੇਂ ਕਿ ਆਪਾਂ ਕੱਲ ਦਾ ਇੱਕ ਸੈਸ਼ਨ ਕੀਤਾ ਸੀ ਟਾਈਮ ਐਂਡ ਟੈਂਸ ਦਾ ਪਾਰਟ 1। ਪਾਰਟ 1 ਦੇ ਵਿੱਚ ਆਪਾਂ ਬਾਰੀਕੀਆਂ ਸਿੱਖੀਆਂ ਸੀ ਟੈਂਸ ਦੇ ਵਿੱਚ ਕਿ ਜਿਵੇਂ ਕਿਸੇ ਸੈਂਟੈਂਸ ਦੇ ਵਿੱਚ ਬੇਸਿਕ ਜਿਹੜਾ ਸਟਰਕਚਰ ਹੁੰਦਾ ਉਹ ਕਿਵੇਂ ਟੈਂਸ ਦੇ ਅਕੋਰਡਿੰਗ ਕੰਮ ਕਰਦਾ ਹੈ। ਜਿਵੇਂ ਕਿ ਆਪਾਂ ਪ੍ਰੈਜ਼ੈਂਟ ਇੰਡੈਫਿਨਾਈਟ ਕੀਤਾ ਸੀ। ਪ੍ਰੈਜ਼ੈਂਟ ਇੰਡੈਫਿਨਾਈਟ ਦੇ ਵਿੱਚ ਆਪਾਂ ਸਮਝਿਆ ਸੀ ਕਿ ਥਰਡ ਪਰਸਨ ਸਿੰਗੂਲਰ ਕੀ ਹੁੰਦਾ ਤੇ ਥਰਡ ਪਰਸਨ ਪਲੂਰਲ ਕੀ ਹੁੰਦਾ। ਅੱਜ ਦੇ ਸੈਸ਼ਨ ਦੇ ਵਿੱਚ ਜਿਵੇਂ ਆਪਾਂ ਕੱਲ ਇੱਕ ਡਿਸਕਸ਼ਨ ਕੀਤੀ ਸੀ ਕਿ ਕਾਮਨ ਚੀਜ਼ਾਂ ਲੈ ਕੇ ਚੱਲਾਂਗੇ ਆਪਾਂ, ਅੱਜ ਵੀ ਆਪਾਂ ਉਹੀ ਚੀਜ਼ਾਂ ਡਿਸਕਸ ਕਰਾਂਗੇ ਤਾਂ ਕਿ ਥੋੜਾ ਜਿਹਾ ਵਾਸਟ ਤਰੀਕੇ ਨਾਲ ਕਰਾਂਗੇ। ਟ੍ਰਾਂਸਲੇਸ਼ਨ ਨੂੰ ਹੋਰ ਜ਼ਿਆਦਾ ਆਪਾਂ ਪ੍ਰੈਕਟਿਸ ਦੇ ਮੋਡ ਤੇ ਲੈ ਕੇ ਆਵਾਂਗੇ ਤੇ ਉਸੇ ਹਿਸਾਬ ਨਾਲ ਆਪਾਂ ਅੱਗੇ ਲੈਕਚਰ ਨੂੰ ਫਰਦਰ ਕੰਟੀਨਿਊ ਕਰਾਂਗੇ। ਠੀਕ ਹੈ, ਤੇ ਜਿਵੇਂ ਕਿ ਤੁਸੀਂ ਬੋਰਡ ਤੇ ਵੇਖ ਰਹੇ ਹੋ ਟਾਈਮ ਐਂਡ ਟੈਂਸ ਪਾਰਟ 2। ਹੁਣ ਆਪਾਂ ਟ੍ਰਾਂਸਲੇਸ਼ਨ ਦੇ ਕੁਝ ਐਗਜ਼ਾਮਪਲਸ ਸਿੱਖਾਂਗੇ ਕੰਟੀਨਿਊਸ ਦੇ ਅਕੋਰਡਿੰਗ, ਇੰਡੈਫਿਨਾਈਟ ਦੇ ਅਕੋਰਡਿੰਗ ਤੇ ਪਰਫੈਕਟ ਦੇ ਅਕੋਰਡਿੰਗ। ਬਾਕੀ ਜਿਹੜਾ ਚੌਥਾ ਟੈਂਸ ਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਹੋ ਗਿਆ ਜਾਂ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਹੋ ਗਿਆ ਜਾਂ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਹੋ ਗਿਆ, ਇਹਨਾਂ ਦੇ ਵਿੱਚ ਵੀ ਕੁਝ ਬਾਰੀਕੀਆਂ ਨੇ ਉਹ ਵੀ ਸਮਝਾਂਗੇ। ਜਿਵੇਂ ਵੈਸੇ ਤਾਂ ਆਪਾਂ ਕੱਲ ਡਿਸਕਸ ਕਰ ਚੁੱਕੇ ਹਾਂ, ਲੇਕਿਨ ਟ੍ਰਾਂਸਲੇਸ਼ਨ ਦੇ ਮੋਡ ਦੇ ਵਿੱਚ ਆਪਾਂ ਕਿਵੇਂ ਉਹਨੂੰ ਫਰਦਰ ਆਪਾਂ ਕੰਟੀਨਿਊ ਕਰਾਂਗੇ ਉਹਦੇ ਬਾਰੇ ਆਪਾਂ ਅੱਜ ਇਸ ਲੈਕਚਰ ਦੇ ਵਿੱਚ ਵੇਖਾਂਗੇ। ਤਾਂ ਸਭ ਤੋਂ ਪਹਿਲਾਂ ਥੋੜੀ ਜਿਹੀ ਰਿਵੀਜ਼ਨ ਕਰ ਲਈਏ। ਪ੍ਰੈਜ਼ੈਂਟ ਇੰਡੈਫਿਨਾਈਟ, ਆਈ ਹੋਪ ਤੁਹਾਨੂੰ ਉਹ ਲੈਕਚਰ ਪੂਰਾ ਪਸੰਦ ਆਇਆ ਹੋਣਾ, ਸਮਝ ਵੀ ਆ ਗਿਆ ਹੋਣਾ, ਤੁਸੀਂ ਨੋਟਬੁੱਕ ਦੇ ਉੱਤੇ ਉਤਾਰਿਆ ਵੀ ਹੋਣਾ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਜਦੋਂ ਤੁਸੀਂ ਖੁਦ ਸੈਲਫ ਪ੍ਰੈਕਟਿਸ ਵੀ ਕਰੋਗੇ ਤਾਂ ਵੀ ਤੁਹਾਨੂੰ ਉਹ ਲੈਕਚਰ ਬਹੁਤ ਜ਼ਿਆਦਾ ਤੁਹਾਨੂੰ ਹੈਲਪ ਕਰੇਗਾ। ਤੇ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੰਡੈਫਿਨਾਈਟ ਨੂੰ ਹੀ ਅੱਗੇ ਥੋੜਾ ਜਿਹਾ ਆਪਾਂ ਫਰਦਰ ਕੰਟੀਨਿਊ ਕਰ ਲੈਂਦੇ ਆ ਤੇ ਉਸੇ ਹਿਸਾਬ ਨਾਲ ਆਪਾਂ ਹੁਣ ਅੱਜ ਥੋੜਾ ਜਿਹਾ ਡਿਸਕਸ ਕਰ ਲੈਂਦੇ ਆ ਪਾਸਟ ਇੰਡੈਫਿਨਾਈਟ, ਫਿਊਚਰ ਇੰਡੈਫਿਨਾਈਟ ਤੇ ਫਿਰ ਉਸ ਤੋਂ ਬਾਅਦ ਆਪਾਂ ਕੰਟੀਨਿਊਸ ਨੂੰ ਲੈ ਕੇ ਚੱਲਾਂਗੇ, ਫਿਰ ਪਰਫੈਕਟ ਨੂੰ ਲੈ ਕੇ ਚੱਲਾਂਗੇ ਤੇ ਪਰਫੈਕਟ ਕੰਟੀਨਿਊਸ ਨੂੰ ਵੀ ਲੈ ਕੇ ਚੱਲਾਂਗੇ। ਤਾਂ ਆਈ ਹੋਪ ਕਿ ਤੁਸੀਂ ਆਉਣ ਵਾਲੇ ਲੈਕਚਰ ਦੇ ਵਿੱਚ ਪੂਰੀ ਅੰਡਰਸਟੈਂਡਿੰਗ ਵਧਾਣੀ ਹੈ ਤੇ ਅੱਧੇ ਘੰਟੇ ਨੂੰ ਇੰਜ ਸਮਝੋ ਕਿ ਅੱਧੇ ਘੰਟੇ ਦੇ ਵਿੱਚ ਤੁਹਾਨੂੰ 1.5 ਘੰਟੇ ਦੀ ਨੌਲੇਜ ਵੀ ਮਿਲ ਜੂਗੀ। ਹੋਰ ਵੀ ਬਾਰੀਕੀਆਂ ਨੇ ਜਿਹੜੀਆਂ ਟੈਂਸ ਦੀਆਂ ਹੈਗੀਆਂ ਨੇ ਉਹ ਵੀ ਮੈਂ ਦੱਸੂਗਾ ਤੁਹਾਨੂੰ, ਕਿਵੇਂ ਪਾਸਟ ਯੂਜ਼ ਹੁੰਦਾ, ਕਿਵੇਂ ਤੁਸੀਂ ਇਹਨੂੰ ਆਪਣੇ ਜਿਵੇਂ ਸਪੋਜ਼ ਕਰੋ ਕਿ ਡੇਲੀ ਰੂਟੀਨ ਦੇ ਵਿੱਚ ਜਿਹੜੇ ਸੈਂਟੈਂਸਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਯੂਜ਼ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਇਸ ਲੈਕਚਰ ਦੇ ਵਿੱਚ ਕਰਾਂਗੇ। ਤਾਂ ਜ਼ਿਆਦਾ ਟਾਈਮ ਆਪਾਂ ਵੇਸਟ ਨਹੀਂ ਕਰਾਂਗੇ। ਤਾਂ ਹੁਣ ਇੱਕ ਥੋੜੀ ਜਿਹੀ ਰਿਵੀਜ਼ਨ ਕਰ ਲੈਂਦੇ ਆ ਪ੍ਰੈਜ਼ੈਂਟ ਇੰਡੈਫਿਨਾਈਟ ਦੀ। ਪ੍ਰੈਜ਼ੈਂਟ ਇੰਡੈਫਿਨਾਈਟ ਦੇ ਵਿੱਚ ਕੀ ਸੀਗਾ, ਜਿਵੇਂ ਪੰਜਾਬੀ ਦੇ ਨਿਸ਼ਾਨੀਆਂ ਹੁੰਦੀਆਂ, ਜਿਵੇਂ ਕਰਦਾ ਹੈ, ਕਰਦੀ ਹੈ, ਕਰਦੇ ਹੈ, ਕਰਦਾ ਹਾਂ, ਕਰਦਾ ਵਗੈਰਾ ਵਗੈਰਾ, ਜਿਵੇਂ ਵੀ ਸੈਂਟੈਂਸ ਦੇ ਅਕੋਰਡਿੰਗ ਹੁੰਦਾ। ਉਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਆ, ਡੂ ਡਜ਼ ਯੂਜ਼ ਕਰਦੇ ਆ, ਜਿਹੜੇ ਕਿ ਬੁੱਕ ਦੇ ਵਿੱਚ ਮੈਂਸ਼ਨ ਹੁੰਦਾ ਜਾਂ ਡੇਲੀ ਲਾਈਫ ਦੇ ਵਿੱਚ ਵੀ ਜਿਵੇਂ ਆਪਾਂ ਸਿੰਪਲ ਵਰਬ ਦੇ ਅਕੋਰਡਿੰਗ ਵੀ ਆਪਾਂ ਯੂਜ਼ ਕਰਦੇ ਆ। ਲੇਕਿਨ ਇਹਨੂੰ ਆਪਾਂ ਯੂਜ਼ ਕਿਵੇਂ ਕਰਦੇ ਆ, ਇਹਨੂੰ ਥੋੜਾ ਜਿਹਾ ਆਪਾਂ ਰਿਵੀਜ਼ਨ ਕਰ ਲੈਂਦੇ ਆ। ਡੂ ਡਜ਼ ਕਿਵੇਂ ਯੂਜ਼ ਹੁੰਦਾ, ਡੂ ਦਾ ਜਦੋਂ ਯੂਜ਼ਸ ਹੁੰਦਾ ਉਹ ਥਰਡ ਪਰਸਨ ਪਲੂਰਲ ਦੇ ਨਾਲ ਹੁੰਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਆਈ, ਵੀ, ਦੇ, ਯੂ, ਥੀਸ, ਦੋਜ਼ ਦੇ ਨਾਲ ਹੁੰਦਾ। ਤੇ ਡਜ਼ ਦਾ ਯੂਜ਼ਸ ਕਿੱਥੇ ਹੁੰਦਾ, ਥਰਡ ਪਰਸਨ ਸਿੰਗੂਲਰ ਦੇ ਨਾਲ ਹੁੰਦਾ, ਜਿਵੇਂ ਹੀ, ਸ਼ੀ, ਇਟ, ਦਿਸ, ਦੈਟ ਦੇ ਨਾਲ। ਯੂਅਰ ਸੈਲਫ ਜਿਹੜੇ ਵਰਡ ਹੁੰਦੇ ਨੇ ਉਹ ਸੈਕੰਡ ਪਰਸਨ ਹੁੰਦੇ ਨੇ, ਉਹ ਵੀ ਥਰਡ ਪਰਸਨ ਦੇ ਵਿੱਚ ਵੀ ਕਾਊਂਟ ਹੋ ਜਾਂਦੇ ਨੇ ਸੈਂਟੈਂਸ ਦੇ ਅਕੋਰਡਿੰਗ। ਜਿਵੇਂ ਆਪਾਂ ਯੂ ਹੈਜ਼ ਕਦੇ ਨਹੀਂ ਕਹਿੰਦੇ, ਆਪਾਂ ਯੂ ਹੈਵ ਕਹਿੰਦੇ ਆ। ਤਾਂ ਇਸ ਹਿਸਾਬ ਨਾਲ ਆਪਾਂ ਪਰਸਨ ਨੂੰ ਚੇਂਜ ਕਰ ਦਿੰਦੇ। ਜਿਵੇਂ ਪਰਸਨਲ ਪ੍ਰੋਨਾਊਨ ਆਪਾਂ ਡਿਸਕਸ ਕੀਤਾ ਸੀ, ਫਰਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ। ਫਰਸਟ ਪਰਸਨ ਦੇ ਵਿੱਚ ਆਪਾਂ ਕੀਤਾ ਸੀ ਆਈ, ਵੀ, ਦੇ, ਆਈ, ਮੀ, ਮਾਈ, ਵੀ, ਆਰ, ਅਸ। ਸੈਕੰਡ ਪਰਸਨ ਦੇ ਵਿੱਚ ਯੂ, ਯੂਅਰ ਸੈਲਫ। ਇੱਕ ਚੀਜ਼ ਜਿਹੜੀ ਤੁਹਾਨੂੰ ਮੈਂ ਸਪੈਸ਼ਲੀ ਮੈਂਸ਼ਨ ਕੀਤੀ ਸੀ ਕਿ ਯੂਅਰ ਸੈਲਫ ਸਿੰਗੂਲਰ ਹੁੰਦਾ, ਜਦੋਂ ਸੈਲਫ ਤੋਂ ਆਪਾਂ ਪਲੂਰਲ ਕਰਦੇ ਆ ਤਾਂ ਆਪਾਂ ਨੂੰ VES ਦੇ ਵਿੱਚ ਚੇਂਜ ਕਰ ਦਿੰਦੇ ਆ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਕਈ ਵਾਰੀ ਲਿਖਦੇ ਟਾਈਮ ਵੀ ਆਪਾਂ ਉਹਨੂੰ ਗਲਤ ਕਰ ਦਿੰਦੇ ਆ, ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਸੈਂਟੈਂਸ ਦੇ ਵਿੱਚ ਜਦੋਂ ਹਰ ਵਰਡ ਨੂੰ ਕਿਸੇ ਵੀ ਵਰਡ ਨੂੰ ਆਪਾਂ ਪਲੂਰਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਆਪਾਂ ਐਸ ਲਾ ਦਿੰਦੇ ਆ। ਤਾਂ ਐਦਾਂ ਨਹੀਂ ਹੁੰਦਾ। ਕੁਝ ਚੀਜ਼ਾਂ ਐਦੀਆਂ ਨੇ ਜਿਹੜੀਆਂ ਨਾਉਨ ਦੇ ਵਿੱਚ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸੂਗਾ, ਜਿਹੜਾ ਚੈਪਟਰ ਦੇ ਅਕੋਰਡਿੰਗ ਆਪਾਂ ਚੱਲਾਂਗੇ। ਤੇ ਅੱਜ ਦੇ ਸੈਸ਼ਨ ਦੇ ਵਿੱਚ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਆ ਪਾਸਟ ਇੰਡੈਫਿਨਾਈਟ। ਦੇਖੋ ਪਾਸਟ ਇੰਡੈਫਿਨਾਈਟ ਦੇ ਵਿੱਚ ਕੀ ਹੁੰਦਾ ਹੈ, ਦੇਖੋ ਪ੍ਰੈਜ਼ੈਂਟ ਦੇ ਵਿੱਚ ਆਪਾਂ ਕੀ ਕੀਤਾ ਸੀ, ਪ੍ਰੈਜ਼ੈਂਟ ਦੇ ਵਿੱਚ ਆਪਾਂ ਕੀਤਾ ਸੀ ਕਿ ਜਿਹੜਾ ਟੈਂਸ ਹੈਬਿਚੁਅਲ ਹੈ, ਡੇਲੀ ਰੂਟੀਨ ਹੈ। ਥੋੜਾ ਜਿਹਾ ਮੈਂ ਹੋਰ ਦੱਸ ਦਿੰਦਾ ਤੁਹਾਨੂੰ, ਮੈਂਸ਼ਨ ਕਰ ਲਿਓ ਜਿਹੜੀ ਤੁਸੀਂ ਪ੍ਰੈਜ਼ੈਂਟ ਇੰਡੈਫਿਨਾਈਟ ਲਿਖਿਆ। ਪ੍ਰੈਜ਼ੈਂਟ ਇੰਡੈਫਿਨਾਈਟ ਕਿੱਥੇ ਕੰਮ ਕਰਦਾ ਹੈ, ਡੇਲੀ ਰੂਟੀਨ ਹੋਵੇ, ਯੂਨੀਵਰਸਲ ਟਰੂਥ ਹੋਵੇ, ਕਮੈਂਟਰੀ ਹੋਵੇ ਜਾਂ ਕੁਦਰਤ ਦੀ ਕੋਈ ਐਜੀ ਚੀਜ਼ ਹੋਵੇ ਜਿਹਦਾ ਉਹਨੇ ਹੋਣਾ ਹੀ ਹੋਣਾ ਹੈ।
ਜਿਵੇਂ ਸਪੋਜ਼ ਕਰੋ ਕਿ ਆਪਾਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਸਕੂਲ ਦੇ ਵਿੱਚ ਇੱਕ ਸੈਂਟੈਂਸ ਹੁੰਦਾ ਕਿ ਸੂਰਜ ਪੂਰਬ ਤੋਂ ਉਗਦਾ ਹੈ, ਮੰਨ ਲਓ ਐਵੇਂ ਆਪਾਂ ਕਹਿੰਦੇ ਆ, ਤਾਂ ਇਹਦਾ ਮਤਲਬ ਕੀ ਹੈ ਕਿ ਉਹ ਇੱਕ ਯੂਨੀਵਰਸਲ ਟਰੂਥ ਹੈ, ਠੀਕ ਹੈ, ਉਹ ਕੁਦਰਤ ਦੀ ਸੱਚਾਈ ਹੈ। ਜਿਵੇਂ ਆਪਾਂ ਮਰਨਾ ਹੀ ਹੈ, ਸਪੋਜ਼ ਕਰੋ ਆਪਾਂ ਆਪਣੀ ਮੌਤ ਤੈਅ ਹੈ, ਤਾਂ ਉਹ ਵੀ ਇੱਕ ਤਰ੍ਹਾਂ ਦੀ ਕੁਦਰਤ ਦੀ ਸੱਚਾਈ ਹੁੰਦੀ ਹੈ। ਤਾਂ ਜਿੰਨੀਆਂ ਵੀ ਚੀਜ਼ਾਂ ਨੇ ਜਿਹੜੀਆਂ ਹੈਬਚੁਅਲ ਨੇ ਜਾਂ ਜੋ ਤੁਸੀਂ ਕਰਦੇ ਹੋ ਉਹ ਸਾਰੀਆਂ ਇੰਡੈਫੀਨਿਟ ਦੇ ਵਿੱਚ ਆਉਂਦੀਆਂ। ਹੁਣ ਇਸੇ ਚੀਜ਼ ਨੂੰ ਆਪਾਂ ਪਾਸਟ ਇੰਡੈਫੀਨਿਟ ਦੇ ਵਿੱਚ ਲੈ ਕੇ ਚੱਲਦੇ ਹਾਂ। ਪਾਸਟ ਇੰਡੈਫੀਨਿਟ ਦੇ ਵਿੱਚ ਦੇਖੋ ਕਿਵੇਂ, ਆ ਦੇਖੋ ਜਿਵੇਂ ਮੈਂ ਲਿਖਿਆ ਹੋਇਆ ਪਾਸਟ ਇੰਡੈਫੀਨਿਟ, ਇਹਦੇ ਵਿੱਚ ਵੀ ਐਵੇਂ ਹੈ ਕਿ ਜਿਵੇਂ ਹਾਲਾਂਕਿ ਫੈਕਚੁਅਲ ਚੀਜ਼ਾਂ ਤਾਂ ਨਹੀਂ ਹੁੰਦੀਆਂ ਇਹਦੇ ਵਿੱਚ, ਲੇਕਿਨ ਉਹ ਚੀਜ਼ ਜਿਹੜੀ ਤੁਸੀਂ ਹੁਣੇ ਕੀਤੀ ਹੈ, ਸਪੋਜ਼ ਕਰੋ ਕੱਲ ਕੀਤੀ ਸੀ, ਪਰਸੋਂ ਕੀਤੀ ਸੀ, ਐਦਾਂ ਕੀਤੀ ਸੀ ਵੀ ਵਰਡ ਕਹਿੰਦੇ ਆ, ਜਾਂ ਖਾਦਾ ਪੀਤਾ ਸੋਇਆ ਨਹਾਇਆ ਐਦਾਂ ਦੇ ਵਰਡ ਵੀ ਹੁੰਦੇ ਆ। ਇਹਦੇ ਵਿੱਚ ਇੱਕ ਚੀਜ਼ ਇੰਪੋਰਟੈਂਟ ਹੁੰਦੀ ਹੈ, ਜਿਵੇਂ ਡਿਡ ਆਪਾਂ ਲਾਉਂਦੇ ਆ, ਦੇਖੋ ਜੀ ਡਿਡ ਆਪਾਂ ਵਰਡ ਦੇ ਵਿੱਚ ਚੀਜ਼ਾਂ ਥੋੜਾ ਜਿਹਾ ਨਾਲ ਪ੍ਰੀਵੀਅਸ ਚੀਜ਼ਾਂ ਵੀ ਆਪਾਂ ਕਰਦੇ ਰਹਾਂਗੇ, ਨਾਲ ਤੁਹਾਡੀ ਰਿਵੀਜ਼ਨ ਵੀ ਹੁੰਦੀ ਰਹੂਗੀ। ਜਿਵੇਂ ਆਪਾਂ ਵਰਬ ਦੀਆਂ 5 ਫਾਰਮਸ ਕੀਤੀਆਂ ਸੀ, ਇਸੇ ਨੂੰ ਆਪਾਂ ਇੱਕ ਵਾਰੀ ਫੇਰ ਡਿਸਕਸ ਕਰਾਂਗੇ। ਆਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਬਾਰ-ਬਾਰ ਤੁਸੀਂ ਲਰਨ ਕਰਨੀਆਂ ਨੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਡਿਡ ਨੂੰ ਹੀ ਲੈ ਕੇ ਚਲੋ, ਕਿਸੇ ਹੋਰ ਵਰਡ ਨੂੰ ਵੀ ਲੈ ਲਓ, ਚਾਹੇ ਆਪਾਂ ਵੇਖ ਲੈਂਦੇ ਆ ਦੋਵੇਂ ਵਰਡ ਲਿਖ ਦਿੰਦਾ ਤਾਂ ਕਿ ਤੁਹਾਨੂੰ ਆਸਾਨ ਹੋ ਜਾਵੇ। ਜਿਵੇਂ ਡੂ, ਡਿਡ, ਡਨ, ਡੂਇੰਗ, ਡਜ਼, ਇਸੇ ਨੂੰ ਕਿਸੇ ਵਰਡ ਦੇ ਅਕੋਰਡਿੰਗ ਲੈ ਲੈਂਦੇ ਆ। ਜਿਵੇਂ ਵਰਕ, ਵਰਕਡ, worked, working, works। ਸਿੰਪਲ ਕੋਈ ਵੀ ਵਰਬ ਉਠਾਓ ਉਹਨੂੰ ਤੁਸੀਂ ਇਹਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ। ਜਿਵੇਂ ਦੇਖੋ ਵਰਬ ਦੀ ਪਹਿਲੀ ਫਾਰਮ ਹੋ ਗਈ, ਆ ਵੇਖੋ, ਇਹਨੂੰ ਵੇਖ ਲਓ, ਇਹਨੂੰ ਵੇਖ ਲਓ, ਕੋਈ ਤੁਹਾਨੂੰ ਦਿਮਾਗ ਤੋਂ ਪਰੇ ਬਿਲਕੁਲ ਨਹੀਂ ਜਾਣਾ। ਸਿੰਪਲ ਚੀਜ਼ਾਂ ਵੇਖਣੀਆਂ ਨੇ, ਬਿਲਕੁਲ ਬੇਸਿਕ ਕਨਸੈਪਟ ਸਿੱਖਣਾ। ਆਪਾਂ ਆਊਟ ਆਫ ਦਾ ਬਾਕਸ ਬਿਲਕੁਲ ਨਹੀਂ ਜਾਣਾ, ਆਪਾਂ ਸਿਰਫ ਕਨਸੈਪਟ ਨੂੰ ਸਮਝਣਾ। ਲੈਂਗੁਏਜ ਨੂੰ ਲੈਂਗੁਏਜ ਦੇ ਤਰੀਕੇ ਨਾਲ ਹੀ ਸਮਝਿਆ ਜਾਂਦਾ ਹੈ। ਮੈਨੂੰ ਇੱਕ ਗੱਲ ਦੱਸੋ, ਸਪੋਜ਼ ਕਰੋ ਤੁਸੀਂ ਪੰਜਾਬੀ ਸਿੱਖੀ ਸੀ, ਕਿ ਪੰਜਾਬੀ ਦੇ ਵਿੱਚ ਤੁਸੀਂ ਆਊਟ ਆਫ ਦਾ ਬਾਕਸ ਕੁਝ ਕੀਤਾ ਸੀ? ਨਹੀਂ ਕੀਤਾ ਸੀ। ਜਿਹੜੀ ਕਿ ਤੁਹਾਨੂੰ ਪੰਜਾਬੀ, ਤੁਹਾਡਾ ਇੰਟਰਸਟ ਇਸ ਕਰਕੇ ਹੋ ਗਿਆ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਤੇ ਇਸ ਕਰਕੇ ਤੁਸੀਂ ਪੰਜਾਬੀ ਦੇ ਹਿਸਾਬ ਨਾਲ ਤੁਸੀਂ ਉਹਨੂੰ ਜਲਦੀ ਅਡੈਪਟ ਕਰ ਲਿਆ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਿੱਥੇ ਤੁਸੀਂ ਇੰਗਲਿਸ਼ ਨੂੰ ਅਡੈਪਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਪ੍ਰੋਪਰ ਕਨਸੈਪਟ ਨਹੀਂ ਸਮਝਾਇਆ ਜਾਂਦਾ ਸੀਗਾ, ਲੇਕਿਨ ਆਪਾਂ ਇਹ ਕਰਦੇ ਪਏ ਹਾਂ, ਕੋਈ ਦਿੱਕਤ ਨਹੀਂ, ਇਹਨੂੰ ਫਰਦਰ ਆਪਾਂ ਚੱਲਦੇ ਰਹਾਂਗੇ। ਦੇਖੋ ਹੁਣ ਇੱਥੇ ਆਪਾਂ ਡਿਡ ਯੂਜ਼ ਕੀਤਾ, ਡਿਡ ਤੋਂ ਇਲਾਵਾ ਆਪਾਂ ਵਰਬ ਦੀ ਕੋਈ ਵੀ ਸੈਕੰਡ ਫਾਰਮ ਵੀ ਯੂਜ਼ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ। ਜਿਵੇਂ ਆਪਾਂ ਇੱਕ ਸੈਂਟੈਂਸ ਲੈਂਦੇ ਹਾਂ, ਮੰਨ ਲਓ ਮੈਂ ਕੱਲ 3 ਪਰੌਂਠੇ ਖਾਦੇ। ਮੰਨ ਲਓ ਆ ਲਿਖਿਆ ਆਪਾਂ, ਮੈਂ ਕੱਲ 3 ਪਰੌਂਠੇ ਖਾਦੇ। ਇਹਨੂੰ ਆਪਾਂ ਕੀ ਲਿਖਾਂਗੇ? ਆਈ ਟੁਕ ਵੀ ਕਹਿ ਸਕਦੇ ਆ, ਆਈ ਟੁਕ, ਜਾਂ ਆਈ ਟੁਕ 3 ਬੇਕਡ ਬ੍ਰੈਡ। ਆ ਵੇਖੋ ਹੁਣ ਨਵਾਂ ਵਰਡ ਆ ਗਿਆ। ਹੁਣ ਪਰੌਂਠਾ ਦਾ ਪਰੌਂਠਾ ਹੀ ਹੁੰਦਾ, ਜੇ ਤੁਸੀਂ ਪਰੌਂਠਾ ਲਿਖਣਾ ਚਾਹੋ ਤਾਂ ਪਰੌਂਠਾ ਵੀ ਕਹਿ ਸਕਦੇ ਹੋ ਕਿਉਂਕਿ ਇੱਕ ਲੋਕਲ ਲੈਂਗੁਏਜ ਹੈ, ਲੇਕਿਨ ਐਗਜ਼ੈਕਟ ਇੰਗਲਿਸ਼ ਦੇ ਹਿਸਾਬ ਨਾਲ ਤੁਸੀਂ ਕੀ ਲਿਖੋਗੇ? ਬੇਕਡ ਬ੍ਰੈਡ। ਹੁਣ ਇਹ ਬੇਕਡ ਬ੍ਰੈਡ ਕਿਵੇਂ ਹੋਇਆ? ਦੇਖੋ ਜਦੋਂ ਤੁਸੀਂ ਪਰੌਂਠਾ ਬਣਾਉਂਦੇ ਹੋ, ਕਿਵੇਂ ਬਣਾਉਂਦੇ ਹੋ? ਤਵੇ ਤੇ ਰੱਖ ਕੇ ਬਣਾਉਂਦੇ ਹੋ, ਤਾਂ ਬੇਕ ਹੀ ਤਾਂ ਹੁੰਦਾ। ਉਹ ਐ ਤਾਂ ਨਹੀਂ ਵੀ ਸਿੰਪਲ ਰੋਟੀ ਜਿਹੜੀ ਹੁੰਦੀ ਉਹਦਾ ਸਿੱਧੀ ਫੁੱਲ ਜਾਂਦੀ ਆ, ਲੇਕਿਨ ਜਿਹੜਾ ਪਰੌਂਠਾ ਹੁੰਦਾ ਉਹ ਤੁਸੀਂ ਤੇਲ ਦੇ ਉੱਤੇ ਤਲਦੇ ਹੋ, ਤਾਂ ਜਿਹੜੀ ਚੀਜ਼ ਤਲਦੇ ਹੋ ਉਹ ਬੇਕ ਹੋ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਤੁਸੀਂ ਪਰੌਂਠੇ ਨੂੰ, ਇਹ ਬੇਸਿਕਲੀ ਇੱਕ ਵੋਕੈਬਲਰੀ ਦਾ ਹਿੱਸਾ ਹੈ। ਇਹ ਇਸੇ ਹਿਸਾਬ ਨਾਲ ਤੁਹਾਡੀ ਵੋਕੈਬਲਰੀ ਸਟਰੋਂਗ ਹੁੰਦੀ ਹੈ ਜਦੋਂ ਆਪਾਂ ਸਿੰਪਲ ਸੈਂਟੈਂਸ, ਸਿੰਪਲ ਵਰਡਸ ਨੂੰ ਲਿਖਦੇ ਆ। ਇੱਕ ਮੈਂ ਛੋਟਾ ਜਿਹਾ ਟਿਪਸ ਤੁਹਾਨੂੰ ਦੇਣਾ ਚਾਹੁੰਦਾ, ਜਦੋਂ ਵੀ ਤੁਸੀਂ ਸਪੋਜ਼ ਕਰੋ ਕਿਸੇ ਚੀਜ਼, ਕੋਈ ਵੀ ਸਬਜੈਕਟ ਦੇ ਵਿੱਚ ਤੁਸੀਂ ਪ੍ਰੋਬਲਮ ਤੁਹਾਨੂੰ ਫੇਸ ਹੁੰਦੀ ਆ, ਤੁਸੀਂ ਕੀ ਕਰਨਾ? ਤੁਸੀਂ ਉਹਦੇ ਪਿੱਛੇ ਪੈ ਜਾਓ ਹੱਥ ਧੋ ਕੇ। ਵੋਕੈਬਲਰੀ ਨਹੀਂ ਆਉਂਦੀ, ਤੁਸੀਂ ਇਹ ਜਿਹੇ ਵਰਡ ਕੱਢੋ ਸਿੰਪਲ, ਉਹਨੂੰ ਨੋਟਬੁੱਕ ਤੇ ਲਿਖਣਾ ਸ਼ੁਰੂ ਕਰ ਦਿਓ ਹਰ ਰੋਜ਼। ਇਹ ਟਿਪਸ ਮੈਂ ਤੁਹਾਨੂੰ ਅੱਗੇ ਇੱਕ ਵੋਕੈਬਲਰੀ ਦਾ ਸੈਸ਼ਨ ਲਾਉਂਗਾ, ਉਹਦੇ ਵਿੱਚ ਤੁਹਾਨੂੰ ਦੱਸੂਗਾ ਕਿਵੇਂ ਤੁਸੀਂ ਆਪਣੀ ਵੋਕੈਬਲਰੀ ਨੂੰ ਵੀ ਇੰਪਰੂਵ ਕਰ ਸਕਦੇ ਹੋ। ਹੁਣ ਯੂਜੂਅਲੀ ਆਪਾਂ ਪਰੌਂਠਾ ਹੀ ਕਹਿੰਦੇ ਆ, ਲੇਕਿਨ ਪਰੌਂਠੇ ਦੇ ਹਿਸਾਬ ਨਾਲ ਤਾਂ ਆਪਾਂ ਜੇ ਅਗਰ ਐਗਜ਼ੈਕਟ ਹਿੰਦੀ ਦੇ ਐਗਜ਼ੈਕਟ ਇੰਗਲਿਸ਼ ਦੇ ਹਿਸਾਬ ਨਾਲ ਵੇਖੀਏ ਤਾਂ ਇਹਨੂੰ ਆਪਾਂ ਬੇਕਡ ਬ੍ਰੈਡ ਕਹਿੰਦੇ ਆ। ਠੀਕ ਹੈ, ਹੁਣ ਵੇਖੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਦੇ ਟੁਕ ਯੂਜ਼ ਕੀਤਾ, ਤੁਸੀਂ ਖਾਦਾ ਤਾਂ ਐਵੇਂ ਵੀ ਕਹਿ ਸਕਦੇ ਹੋ। ਮੈਂ ਕੱਲ 3 ਪਰੌਂਠੇ ਖਾਦੇ, ਟੁਕ ਵੀ ਕਹਿ ਸਕਦੇ ਹੋ, 8 ਵੀ ਕਹਿ ਸਕਦੇ ਹੋ। ਹੁਣ ਵੇਖੋ 8 ਕਿਵੇਂ ਹੋ ਗਿਆ? ਇਧਰ ਵੀ ਵੇਖ ਲਓ, ਈਟ, 8 ਈਟਨ ਹੁੰਦਾ। ਆ ਵੇਖੋ ਵਰਬ ਦੀ ਫਸਟ ਫਾਰਮ ਹੋ ਗਈ, ਸੈਕੰਡ ਫਾਰਮ ਹੋ ਗਈ, ਥਰਡ ਫਾਰਮ ਹੋ ਗਈ। ਅੰਡਾ ਸਮਝ ਆ ਗਿਆ ਤੁਹਾਨੂੰ?
वर्ब भी लर्न करनी पैनी है। हुण देखो मैं कल 3 परौंठे खाधे, हो गया। हुण एक सेंटेंस होर देख लेंगे आपां, मैं कल उसदे घर गया सी। मेरी पंजाबी प्लीज थोड़ा जा कोऑपरेट करेगा, ये मात्रावां की गलती हो सकती है, ठीक है। फिर भी तुसी बस ਆਪਾਂ ट्रांसलेट कर ਦਿਓ, ठीक है। जिवें ਆਪਾਂ ਇਹ सेंटेंस ਦੇ ਵੀ ਵੇਖ ਰਹੇ ਹਾਂ, मैं कल उसदे घर गया सी। ਹੁਣ ਆਪਾਂ ਕੱਲ ਗਿਆ ਸੀ, ਲਾਸਟ ਵਾਲੇ सेंटेंस ਵਿੱਚ आई थिंक ਆਪਾਂ ਕੱਲ ਦਾ ਨਹੀਂ ਲਿਖਿਆ, ਆਪਾਂ ਇੱਥੇ ਯੈਸਟਰਡੇ ਲਿਖ ਲੈਂਦੇ ਆ, ਕੋਈ ਗੱਲ ਨਹੀਂ। ਆਹ ਚੀਜ਼ਾਂ ਮੈਂਸ਼ਨ ਨਾਲ ਦੀ ਨਾਲ ਕਰਦੇ ਰਹੀਓ, ਓਕੇ। ਯੈਸਟਰਡੇ, ਹੁਣ ਇੱਥੇ ਵੇਖੋ मैं कल उसदे घर गया सी, I went to his house yesterday। ਹੁਣ ਵੇਖੋ ਪੂਰੇ ਸੈਂਟੈਂਸ ਦੇ ਵਿੱਚ ਆਪਾਂ ਕੀ ਯੂਜ਼ ਕੀਤਾ, verb ਦੀ ਸੈਕੰਡ ਫਾਰਮ। ਹੁਣ went ਕੀ ਹੁੰਦਾ, ਜਿਵੇਂ ਦੇਖੋ go, went, gone, ਉਹੀ ਚੀਜ਼ ਹੈ ਸੇਮ। ਇਧਰ ਵੇਖੋ ਜਿਵੇਂ ਆਪਾਂ do, did, done ਕੀਤਾ ਸੀ, ਇੱਥੇ ਆਪਾਂ ਕੀ ਕੀਤਾ, go, went, gone। ਇਸ ਤੋਂ ਇਲਾਵਾ ਜੇ go ਦਾ ਆਪਾਂ ਐਵੇਂ ਵੀ ਕਹੀਏ going ਤਾਂ ਵੀ ਹੋ ਜਾਊਗਾ, ਕਿਉਂਕਿ going ਕਿੱਥੇ ਯੂਜ਼ ਹੋਊਗਾ, ਕੰਟੀਨਿਊਸ ਚ ਹੋਊਗਾ। ਤੇ goes ਕਿੱਥੇ ਯੂਜ਼ ਹੋਊਗਾ, ਉਹ ਇੰਡੈਫਿਨਿਟ ਚ ਹੋਊਗਾ, ਥਰਡ ਪਰਸਨ ਸਿੰਗੂਲਰ ਦੇ ਹਿਸਾਬ ਨਾਲ, ਠੀਕ ਹੈ। ਇਸ ਤਰ੍ਹਾਂ ਤੁਸੀਂ ਇਹਨੂੰ ਕਰ ਸਕਦੇ ਹੋ। ਅਗਲਾ ਜਿਹੜਾ ਟੈਂਸ ਹੈ ਉਹ ਟੈਂਸ ਹੈ ਫਿਊਚਰ ਇੰਡੈਫਿਨਾਈਟ ਟੈਂਸ। ਇਹਨੂੰ ਆਪਾਂ ਡਿਸਕਸ ਕਰ ਲੈਂਦੇ ਹਾਂ ਹੁਣ ਥੋੜਾ ਜਿਹਾ, ਕਿਉਂਕਿ ਬਾਰੀਕੀਆਂ ਜਿਵੇਂ ਆਪਾਂ ਸਿੱਖਦੇ ਜਾਵਾਂਗੇ ਉਸੇ ਹਿਸਾਬ ਨਾਲ ਆਪਾਂ ਟ੍ਰਾਂਸਲੇਸ਼ਨ ਦੇ ਵਿੱਚ ਆਪਾਂ ਨੂੰ ਈਜ਼ੀ ਹੋ ਜਾਊਗਾ। ਦੇਖੋ ਫਿਊਚਰ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ, ਵਿਲ, ਸ਼ੈਲ ਦੇ ਨਾਲ ਵਰਬ ਦੀ ਫਸਟ ਫਾਰਮ। ਆਬਵੀਅਸਲੀ ਆਪਾਂ ਉਸ ਦਿਨ ਡਿਸਕਸ ਕੀਤਾ ਸੀ ਕਿ ਇੰਡੈਫਿਨਾਈਟ ਦੇ ਵਿੱਚ ਆਪਾਂ ਵਰਬ ਦੀ ਫਸਟ ਫਾਰਮ ਯੂਜ਼ ਕਰਦੇ ਹਾਂ, ਜਿਵੇਂ ਡੂ ਡਜ਼। ਇੱਥੇ ਡੂ ਡਜ਼ ਵਰਗਾ ਕੁਝ ਨਹੀਂ ਆਣਾ, ਵਿਲ, ਸ਼ੈਲ। ਹੁਣ ਮੈਂ ਤੁਹਾਨੂੰ ਇੱਕ ਬਰੀਕੀ ਹੋਰ ਦੱਸ ਦਿੰਦਾ, ਦੇਖੋ ਇਹ ਬੇਸਿਕਲੀ ਵਰਬ ਤਾਂ ਹੈਗੀ ਹੈ, ਲੇਕਿਨ ਇਹ ਮਾਡਲ ਵਰਬ ਦਾ ਕੰਮ ਕਰਦੀ ਹੈ। ਦੇਖੋ ਮਾਡਲ ਵਰਬ ਦਾ ਮਾਡਲ ਕਿਹੜੇ ਹੁੰਦੇ ਨੇ ਉਹ ਅੱਗੇ ਚੱਲ ਕੇ ਆਪਣੇ ਲੈਕਚਰਾਂ ਦੇ ਵਿੱਚ ਆਊਗਾ, ਉਹ ਆਪਾਂ ਕਰਾਂਗੇ। ਮਾਡਲ ਦੇ ਵਿੱਚ ਆਪਾਂ ਵਿਲ, ਸ਼ੈਲ ਕਹਿੰਦੇ ਆ, ਠੀਕ ਹੈ। ਔਰ ਜਦੋਂ ਵੀ ਕਦੇ ਮਾਡਲ ਆਉਂਦੇ ਨੇ, ਸਿੰਪਲ ਸੈਂਟੈਂਸ ਦੇ ਵਿੱਚ ਆਉਂਦੇ ਆ, ਉਹਦੇ ਵਿੱਚ ਆਪਾਂ ਵਰਬ ਦੀ ਫਸਟ ਫਾਰਮ ਯੂਜ਼ ਕਰਦੇ ਆ। ਇਹ ਇੱਕ ਮਾਡਲ ਦਾ ਹੀ ਹਿੱਸਾ, ਕਿਉਂਕਿ ਇਹਦੇ ਚ ਕੀ ਹੁੰਦਾ ਹੈ, ਜਦੋਂ ਆਪਾਂ ਮਾਡਲ ਕਰਾਂਗੇ ਉਹਦੀ ਥੋੜੀ ਹੋਰ ਬਾਰੀਕੀ ਸਿੱਖਾਂਗੇ। ਜਿਵੇਂ ਮੰਨ ਲਓ ਕੋਈ ਚੀਜ਼ ਹੈ ਜਿਹੜੀ ਸ਼ੋਰਟੀ ਦੀ ਆਪਾਂ ਗੱਲ ਕਰ ਰਹੀ ਹੋਈਏ, ਜਾਂ ਜਦੋਂ ਸ਼ੈਲ ਆਪਾਂ ਯੂਜ਼ ਕਰਦੇ ਆ ਕਮਾਂਡ ਦੀ ਗੱਲ ਕਰ ਰਹੇ ਹੋਈਏ, ਜਦੋਂ ਆਪਾਂ ਕਮਾਂਡ ਦਿੰਦੇ ਆ ਕਿਸੇ ਚੀਜ਼ ਨੂੰ, ਤਾਂ ਉਦੋਂ ਆਪਾਂ ਵਿਲ ਔਰ ਸ਼ੈਲ ਨੂੰ ਯੂਜ਼ ਕਰਦੇ ਆ। ਬਹੁਤ ਵਧੀਆ ਲੈਕਚਰ ਆਊਗਾ ਜਦੋਂ ਮਾਡਲ ਕਰਾਂਗੇ, ਬੜੇ ਡੀਪ ਕਨਸੈਪਟ ਕਰਾਂਗੇ, ਤੇ 2 ਜਾਂ 1 ਲੈਕਚਰ ਦੇ ਵਿੱਚ ਆਪਾਂ ਉਹਨੂੰ ਪੂਰਾ ਫਿਨਿਸ਼ ਵੀ ਕਰ ਦਿਆਂਗੇ। ਹਰ ਚੀਜ਼ ਦੀ ਡੈਫੀਨੇਸ਼ਨ ਲਿਖਾਉਂਗਾ, ਤੁਹਾਨੂੰ ਨਾਲ ਨਾਲ ਨੋਟ ਕਰਦੇ ਜਾਏਗੇ, ਪਤਾ ਵੀ ਲੱਗ ਜਾਊਗਾ ਤੁਹਾਨੂੰ। ਹੁਣ ਦੇਖੋ ਜਿਵੇਂ ਇਹਦੇ ਚ ਲਿਖਿਆ, ਮੈਂ ਕੱਲ ਉਸ ਨੂੰ ਕੰਮ ਦੇਵਾਂਗਾ। ਹੁਣ ਵੇਖੋ ਮੈਂ ਕੱਲ ਉਸ ਨੂੰ ਕੰਮ ਦੇਵਾਂਗਾ, ਮੰਨ ਲਓ ਇਹ ਲਿਖਿਆ ਆਪਾਂ, ਇਹਨੂੰ ਇੰਗਲਿਸ਼ ਚ ਕਿਵੇਂ ਲਿਖਾਂਗੇ, I will give him work tomorrow। ਹੁਣ ਵੇਖੋ ਸਿੰਪਲ ਹੈ, ਕਿਉਂਕਿ will ਦੇ ਨਾਲ ਆਪਾਂ verb ਦੀ ਫਸਟ ਫਾਰਮ ਕੀਤੀ ਹੈ। ਹੁਣ ਆਹ ਵਾਲਾ ਟੈਂਸ ਕੀ ਹੈ, ਫਿਊਚਰ ਹੈ, ਇੰਡੈਫਿਨਾਈਟ ਹੈ, verb ਦੀ ਫਸਟ ਫਾਰਮ ਹੈ, ਵੈਰੀ ਸਿੰਪਲ, ਠੀਕ ਹੈ। ਇਸ ਤਰ੍ਹਾਂ ਕੁਝ ਵੀ ਹੋ, ਇੱਕ ਸੈਂਟੈਂਸ ਹੋਰ ਕਰ ਲਓ ਭਾਵੇਂ, ਮੈਂ ਉਸਦੀ ਨਕਲ ਕਰਾਂਗਾ, I will copy him, I will copy him। ਹੁਣ ਕਾਪੀ ਵੇਖੋ, ਮੰਨ ਲਓ ਕਾਪੀ ਨੂੰ ਤੁਸੀਂ ਵਰਬ ਦੇ ਵਿੱਚ ਚੇਂਜ ਕਰਨਾ, ਕਿਵੇਂ ਕਰੋਗੇ, ਦੇਖੋ ਹੁਣ ਕਾਪੀ, copied ਹੁੰਦਾ ਹੈ, ਠੀਕ ਹੈ। ਆ ਹੋਗੀ ਵਰਬ ਦੀ ਚੇਂਜਸ, ਠੀਕ ਹੈ। ਵਰਬ ਦੀ ਸੈਕੰਡ ਫਾਰਮ ਨਹੀਂ ਆਊਗੀ ਤੇ ਵਰਬ ਦੀ ਫਰਸਟ ਫਾਰਮ ਨਹੀਂ ਆਊਗੀ, ਕਿਉਂਕਿ ਇੰਡੈਫਿਨਿਟ ਦੇ ਵਿੱਚ ਆਪਾਂ ਕੀ ਸਿੱਖਿਆ, ਕਿਉਂਕਿ ਜਿਹੜਾ ਕੱਲ ਚਾਰਟ ਬਣਾਇਆ ਸੀ ਉਹ ਐਜ਼ ਇਟ ਇਜ਼ ਤੁਸੀਂ ਨੋਟਬੁੱਕ ਤੇ ਉਤਾਰ ਲੈਣਾ, ਤੁਹਾਨੂੰ ਸਮਝ ਆ ਜਾਊਗਾ ਕਿ ਆਪਾਂ ਕਿਵੇਂ ਕੀਤਾ। ਜਿਵੇਂ ਦੇਖੋ ਮੈਂ ਉਸ ਦੀ ਨਕਲ ਕਰਾਂਗਾ ਤਾਂ I will copy him, ਓਕੇ। ਤਾਂ ਇਸ ਤਰ੍ਹਾਂ ਆਪਾਂ ਫਿਊਚਰ ਇੰਡੈਫਿਨਾਈਟ ਕਵਰ ਕੀਤਾ। ਹੁਣ ਆਪਾਂ ਚੱਲਦੇ ਹਾਂ ਕੰਟੀਨਿਊਸ ਦੇ ਵਿੱਚ। ਕੰਟੀਨਿਊਸ ਦੇ ਵਿੱਚ ਆਪਾਂ ਕਿਵੇਂ ਕਰਾਂਗੇ ਉਹ ਵੀ ਵੇਖ ਲੈਂਦੇ ਹਾਂ। ਬਸ ਆਪਾਂ ਕਾਮਨ ਫੰਡਾ ਲੈ ਕੇ ਚੱਲਣਾ ਹੈ, ਸਿਰਫ ਕਾਮਨ ਫੰਡਾ। ਦੇਖੋ ਕਾਮਨ ਚੀਜ਼ਾਂ ਕਿਹੜੀਆਂ ਨੇ, ਜਿਵੇਂ ਕੰਟੀਨਿਊਸ ਦੇ ਵਿੱਚ ਆਪਾਂ ਵਰਬ ਨੂੰ ਲੈ ਲੈਂਦੇ ਆ, ਜਿਵੇਂ ਆਹ ਵਾਲੀ। ਹੁਣ ਸਾਰੇ ਦੇ ਸਾਰੇ ਕੰਟੀਨਿਊਸ ਦੇ ਵਿੱਚ ਆਪਾਂ V1 + ing ਯੂਜ਼ ਕਰਾਂਗੇ। ਵੇਖੋ ਆਪਾਂ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਮੋਲਡ ਕਰਕੇ ਵੇਖਦੇ ਹਾਂ। ਸਪੋਜ਼ ਕਰੋ ਆਪਾਂ ਇੱਥੇ ਲਿਖਿਆ ਪ੍ਰੈਜ਼ੈਂਟ
ਪਾਸਟ ਫਿਊਚਰ ਦਾ ਕੰਟੀਨਿਊਸ ਕਰਾਂਗੇ ਆਪਾਂ। ਓਕੇ, ਜਿਵੇਂ ਦੇਖੋਗੇ ਆਪਾਂ ਤੁਹਾਨੂੰ ਇੱਕ ਗੱਲ ਦੱਸੀ ਸੀ ਮੈਂ ਕੱਲ ਕਿ ਜਦੋਂ ਆਪਾਂ ਕਿਸੇ ਵੀ ਟੈਂਸ ਨੂੰ ਕਰਦੇ ਆ ਆਪਾਂ ਐ ਹੀ ਨਹੀਂ ਜਾਣਾ, ਆਪਾਂ ਐ ਜਾਵਾਂਗੇ ਕਿਉਂਕਿ ਉਹਦੇ 'ਚ ਬੇਸਿਕ ਚੀਜ਼ ਕੀ ਹੈ, ਇੱਕੋ ਹੀ ਹੈ ਕਿ ਆਪਾਂ ਕੰਟੀਨਿਊਸ ਕਰ ਰਹੇ ਤਾਂ ਆਪਣੇ ਸਾਹਮਣੇ ਸਾਰੇ ਸੈਂਟੈਂਸਿਸ ਦੇ ਵਿੱਚ V1 + ing ਆਊਗਾ। ਇੰਡੈਫੀਨਿਟ ਕੀਤਾ ਸੀ ਤੇ ਆਪਣੇ ਕੋਲ ਦੋ ਚੀਜ਼ਾਂ ਆ ਵਾਲੀਆਂ ਆਈਆਂ ਸੀਗੀਆਂ ਤੇ ਇੱਕ ਆ ਆਇਆ ਸੀਗਾ, ਠੀਕ ਹੈ। ਆ ਦੋ ਚੀਜ਼ਾਂ, ਤਿੰਨ ਵਰਡ ਆਪਾਂ ਉੱਥੇ ਕੀਤੇ ਸੀਗੇ। ਇਸ ਹਿਸਾਬ ਨਾਲ ਆਪਾਂ ਅੱਗੇ ਚੱਲਾਂਗੇ। ਦੇਖੋ ਕਿਵੇਂ, ਅਗਰ ਮੰਨ ਲਓ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੀ ਗੱਲ ਕਰੀਏ, ਉਹਦੇ ਜਿਵੇਂ ਉਹ ਖੇਤ ਵਿੱਚ ਕੰਮ कर ਰਿਹਾ है हिंदी ने निशानी कराई से ना ਤੁਹਾਨੂੰ ਕੱਲ, ਰਿਹਾ है, रही है, रहे हैं, रहा हां वगैरह चीਜ਼ਾਂ ਕਿਹੜੀਆਂ ਹੁੰਦੀਆਂ ਨੇ, ਉਹ ਪ੍ਰੈਜ਼ੈਂਟ ਕੰਟੀਨਿਊਸ ਚ ਹੁੰਦੀਆਂ ਨੇ। ਰਿਹਾ ਸੀ, ਰਹੇ ਸੀ, ਰਹੇ ਹਨ ਜਾਂ ਜੋ ਵੀ ਇਸ ਤਰ੍ਹਾਂ ਦੇ ਵਰਡ ਆਉਂਦੇ ਨੇ ਉਹ ਕੀ ਹੁੰਦੇ ਆ, ਪਾਸਟ ਕੰਟੀਨਿਊਸ। ਰਿਹਾ ਹੋਵਾਂਗਾ, ਰਹੀ ਹੋਵੇਗੀ, ਰਹੇ ਹੋਣਗੇ, ਇਸ ਤਰ੍ਹਾਂ ਦੇ ਵਰਡ ਕਿਹੜੇ ਆਉਂਦੇ ਆ, ਫਿਊਚਰ ਕੰਟੀਨਿਊਸ ਦੇ ਵਿੱਚ ਆਉਂਦੇ ਆ। ਹੁਣ ਵੇਖੋ ਉਹ ਖੇਤ ਵਿੱਚ ਕੰਮ ਕਰ ਰਿਹਾ ਹੈ, ਹੁਣ ਐਟ ਪ੍ਰੈਜ਼ੈਂਟ ਕਰ ਰਿਹਾ ਹੈ। ਪ੍ਰੈਜ਼ੈਂਟ ਦਾ ਮਤਲਬ ਕੀ ਆ, ਹੁਣ ਪ੍ਰੈਜ਼ੈਂਟ ਕੰਟੀਨਿਊਸ ਦੇ ਹਿਸਾਬ ਨਾਲ ਹੁਣ ਆਪਾਂ ਖੇਤ ਵਿੱਚ ਕੰਮ ਕਰ ਰਹੇ ਆ ਜਾਂ ਉਹ ਖੇਤ ਵਿੱਚ ਕੰਮ ਕਰ ਰਿਹਾ ਤਾਂ ਇਹਦਾ ਮਤਲਬ ਹੈ ਕਿ ਉਹ ਐਟ ਪ੍ਰੈਜ਼ੈਂਟ ਔਨਗੋਇੰਗ ਪ੍ਰੋਸੈਸ ਦੇ ਵਿੱਚ ਹੈ। ਪਾਸਟ ਕੰਟੀਨਿਊਸ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਟਾਈਮ ਤੇ ਉਹ ਔਨਗੋਇੰਗ ਪ੍ਰੋਸੈਸ 'ਚ ਸੀ, ਓਕੇ। ਤੇ ਪ੍ਰੈਜ਼ੈਂਟ ਦੇ ਵਿੱਚ ਕੀ ਹੁੰਦਾ ਹੈ ਵੀ ਐਟ ਪ੍ਰੈਜ਼ੈਂਟ ਉਹ ਉਸ ਟਾਈਮ ਕੱਲ ਨੂੰ ਇਹ ਕੰਮ ਕਰ ਰਿਹਾ ਹੋਵੇਗਾ। ਇਸੇ ਤਰ੍ਹਾਂ ਹੀ ਤਾਂ ਆਪਾਂ ਐਗਜ਼ਾਮਪਲ ਸੈੱਟ ਕਰਨੀ ਹੈ। ਉਹ ਖੇਤ ਵਿੱਚ ਕੰਮ ਕਰ ਰਿਹਾ ਹੈ, ਜਿਵੇਂ ਹੀ ਇਜ਼ working in the field। ਆ ਦੇਖੋ he is working in the field, ਇਸ ਨੂੰ ਆਪਾਂ ਪਾਸਟ ਵਿੱਚ ਲੈ ਲਈਏ। ਜਿਵੇਂ ਇੱਥੇ ਹੁਣ ਜੇ ਰਿਹਾ ਹੈ ਤਾਂ ਰਿਹਾ ਸੀ ਕਰ ਲੈਂਦੇ ਆ। ਆ ਵੇਖੋ ਇੱਥੇ ਸੈਂਟੈਂਸ ਆਪਾਂ ਪੂਰੇ ਸੈਂਟੈਂਸ ਨੂੰ ਉਹੀ ਚੀਜ਼, ਬਸ ਆਹ ਵਾਲੀ ਨਿਸ਼ਾਨੀ ਚੇਂਜ ਹੋਣੀ ਹੈ, ਹੋਰ ਕੁਝ ਨਹੀਂ ਹੈਗਾ। ਬੇਸਿਕ ਚੀਜ਼ ਹੀ ਕੰਪਲੀਟ ਆਪਾਂ ਕਰਾਂਗੇ। ਦੇਖੋ ਕਰ ਰਿਹਾ ਹੈ, ਕਰ ਰਿਹਾ ਸੀ, ਇਹਨੂੰ ਥੋੜਾ ਜਿਹਾ ਮੈਂ ਠੀਕ ਕਰ ਲਵਾਂ। ਮੈਂ ਤੁਹਾਨੂੰ ਕਹਿ ਰਿਹਾ ਪੰਜਾਬੀ ਥੋੜਾ ਜਿਹਾ ਕੋਆਪਰੇਟ ਕਰਿਓ ਕਿਉਂਕਿ ਮੈਂ ਲਰਨ ਵੀ ਕਰ ਰਿਹਾ ਰਾਈਟਿੰਗ ਕਾਫੀ ਟਾਈਮ ਤੋਂ ਛੱਡੀ ਹੋਈ ਹੈ। ਬੇਸਿਕਲੀ ਮੇਰਾ ਪੰਜਾਬੀ ਮੀਡੀਅਮ ਹੀ ਹੈ, ਮੇਰਾ ਗ੍ਰੈਜੂਏਟ ਹਾਂ ਮੈਂ। ਆਮ ਐਨ MBA ਵੀ ਹੈ ਮੇਰੇ ਕੋਲੇ, ਬਟ ਚਲੋ ਕੋਈ ਗੱਲ ਨਹੀਂ, ਅੱਗੇ ਚੱਲਦੇ ਹਾਂ। ਹੁਣ ਇੱਥੇ ਵੇਖੋ ਰਿਹਾ ਸੀ ਤਾਂ ਆਪਾਂ ਸਿਰਫ ਹੁਣ ਉੱਥੇ ਤਾਂ ਆਪਾਂ ਹਿੰਦੀ ਦੀ ਨਿਸ਼ਾਨੀ ਚੇਂਜ ਕੀਤੀ, ਇੱਥੇ ਆਪਾਂ ਕੀ ਚੇਂਜ ਕਰਾਂਗੇ, ਸਿਰਫ ਵਾਜ਼ ਹੀ ਲਾਣਾ ਆਪਾਂ, ਹੋਰ ਕੁਝ ਨਹੀਂ ਕਰਨਾ। ਹੀ ਵਾਜ਼ ਵਰਕਿੰਗ ਇਨ ਦਾ ਫੀਲਡ। ਦੱਸੋ ਕੀ ਚੇਂजेस ਨੇ, ਕੋਈ ਚੇਂजेस ਨਹੀਂ ਹੈ, ਬਸ ਕਨਸੈਪਟ ਸਮਝ ਕੇ ਚੱਲਣਾ। ਕੰਟੀਨਿਊਸ ਦੇ ਵਿੱਚ ਆਪਾਂ ਪ੍ਰੈਜ਼ੈਂਟ ਦੇ ਵਿੱਚ ਇਜ਼ ਮਾਰ ਕਰਦੇ ਆ, ਪਾਸਟ ਦੇ ਵਿੱਚ ਆਪਾਂ ਵਾਸ ਵਰ ਕਰਦੇ ਆ। ਹੁਣ ਇੱਥੇ ਆਪਾਂ ਵਾਸ ਕਿਉਂ ਲਾਇਆ, ਇੱਕੋ ਚੀਜ਼ ਸਮਝਾਈ ਹੈ ਤੁਹਾਨੂੰ। ਜਿੱਥੇ ਵੀ ਹੀ, ਸ਼ੀ, ਇਟ, ਦਿਸ, ਦੈਟ ਆ ਜੇ ਪ੍ਰੈਜ਼ੈਂਟ ਦੇ ਸੈਂਸ 'ਚ ਜਾਂ ਕਿਸੇ ਵੀ ਸੈਂਟੈਂਸ ਦੇ ਵਿੱਚ, ਉਸ ਹਿਸਾਬ ਨਾਲ ਆਪਾਂ ਇਹਦੇ ਨਾਲ ਲਾਵਾਂਗੇ ਕਿ ਜਾਂ ਤਾਂ ਹੋਊਗਾ ਐਸ ਜਾਂ ਫਿਰ ਹੋਊਗਾ ES। ਤੁਸੀਂ ਮੈਨੂੰ ਇਹ ਦੱਸੋ, S ਔਰ ES ਲਾਇਆ ਆਪਾਂ ਪ੍ਰੈਜ਼ੈਂਟ ਦੇ ਵਿੱਚ, ਆਪਾਂ S ਔਰ ES ਲਾਇਆ। ਇੱਧਰ ਵੇਖੋ ਹੀ ਦੇ ਨਾਲ S ਲੱਗ ਗਿਆ, ਇੱਥੇ ਹੀ ਦੇ ਨਾਲ S ਫੇਰ ਲੱਗ ਗਿਆ। ਭਾਵੇਂ ਟਰਮ ਪਾਸ ਦੀ ਹੈ ਲੇਕਿਨ ਵਰਡ ਕਿਹੜਾ ਹੈ, S ਹੈ ਨਾ, ਆਪਾਂ ਇੱਥੇ ਲਿਖਿਆ ਹੋਇਆ। ਇਹ ਤਾਂ ਹੀ ਮੈਂ ਤੁਹਾਨੂੰ ਲਿਖਵਾਈ ਸੀ ਕਿਉਂਕਿ ਥੋੜਾ ਜਿਹਾ ਸ਼ੁਰੂਆਤ ਦੇ ਵਿੱਚ ਤੁਹਾਨੂੰ ਕੰਪਲਿਕੇਟਡ ਹੋ ਜਾਊਗਾ, ਬਟ ਜਦੋਂ ਸੈਂਟੈਂਸ ਕਰਾਂਗੇ ਆਪਾਂ ਨੂੰ ਈਜ਼ੀ ਹੋ ਜਾਊਗਾ। ਇਸ ਕਰਕੇ ਆਪਾਂ ਵੇਖੋ ਹੀ ਦੇ ਨਾਲ S ਲਾਇਆ ਕਿਉਂਕਿ ਥਰਡ ਪਰਸਨ ਸਿੰਗੂਲਰ ਆ। ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਸੈਂਟੈਂਸ ਹੋਣਗੇ ਥਰਡ ਪਰਸਨ ਸਿੰਗੂਲਰ ਦੇ ਹਿਸਾਬ ਨਾਲ S ਔਰ ES ਤਾਂ ਲਾਉਣਾ ਹੀ ਲਾਉਣਾ। ਭਾਵੇਂ ਤੁਸੀਂ ਲਿਖ ਲਓ ਤੇ ਭਾਵੇਂ ਬੋਲ ਲਓ, ਵਰਬਲੀ ਤੁਸੀਂ ਬੋਲਣਾ ਚਾਹੁੰਦੇ ਹੋ ਤਾਂ ਵੀ ਤੁਹਾਡਾ ਠੀਕ ਹੋ ਜਾਊਗਾ। ਹੁਣ ਇਸੇ ਸੈਂਟੈਂਸ ਨੂੰ ਆਪਾਂ ਫਿਊਚਰ 'ਚ ਕਰਾਂਗੇ। ਦੇਖੋ ਹੁਣ ਇੱਥੇ ਲਿਖ ਲੈਂਦੇ ਆ, ਰਿਹਾ ਹੋਵੇਗਾ। ਹੁਣ ਇੱਥੇ ਵੇਖੋ, ਹੁਣ ਦਿਮਾਗ ਦੇ ਵਿੱਚ ਫਿਰ ਆਊਗਾ ਕਿ ਕੰਟੀਨਿਊਸ ਦੇ ਵਿੱਚ ਆਪਾਂ ਕੀ ਕੀਤਾ ਸੀ, ਦਿਮਾਗ ਦੇ ਵਿੱਚ ਆਊਗਾ ਫਿਊਚਰ ਦੇ ਵਿੱਚ ਸਾਰੇ ਟੈਂਸਿਸ ਜਿਹੜੇ ਹੋਣਗੇ ਉਹਦੇ 'ਚ ਵਿਲ ਸ਼ੈਲ ਲੱਗਦਾ। ਹੁਣ ਕੰਟੀਨਿਊਸ 'ਚ ਕੀ ਲੱਗੂਗਾ, ਕੰਟੀਨਿਊਸ 'ਚ ਕੀ ਲੱਗੂਗਾ, ਦਿਮਾਗ ਦੇ ਵਿੱਚ ਆ ਜਾਊਗਾ ਵਿਲ ਸ਼ੈਲ ਦੇ ਨਾਲ be plus V1 plus ing। ਬਸ ਹੁਣ ਆਹੀ ਚੀਜ਼ ਆਪਾਂ ਇੱਥੇ ਮੈਂਸ਼ਨ ਕਰ ਦੇਣੀ ਹੈ। ਜਿਵੇਂ he will be working in the field। ਕੀ ਮੁਸ਼ਕਿਲ ਹੈ ਦੱਸੋ ਮੈਨੂੰ, ਕੋਈ ਮੁਸ਼ਕਿਲ ਨਹੀਂ ਹੈ, ਬਸ ਕਨਸੈਪਟ ਸਮਝਣਾ। ਆਹ ਚੀਜ਼ ਸਮਝਣੀ ਹੈ ਕੰਟੀਨਿਊਸ ਦੇ ਵਿੱਚ ਕੀ ਆ, ਆਹ ਵਰਬ ਵੇਖਣੀ ਆ, ਬਸ ਉਸ ਹਿਸਾਬ ਨਾਲ ਤੁਹਾਡਾ ਇੱਕ ਫਲੋ ਬਣ ਜਾਊਗਾ। ਹੁਣ
ਭਾਵੇਂ ਤੁਸੀਂ ਇੰਟਰੋਗੇਟਿਵ ਕਰੋ ਭਾਵੇਂ ਨੈਗੇਟਿਵ ਕਰੋ। ਜੇ ਨੈਗੇਟਿਵ ਕਰਨਾ ਤਾਂ ਇੱਥੇ ਕੀ ਆ ਜਾਊਗਾ, ਹੀ ਵਿਲ ਨਾਟ ਆ ਜਾਊਗਾ, ਇੱਥੇ ਨੈਗੇਟਿਵ ਆ ਜਾਊਗਾ, ਨਾਟ ਆ ਜਾਊਗਾ, ਇੱਥੇ ਨੈਗੇਟਿਵ ਆ ਜਾਊਗਾ। ਕੀ ਕਨਸੈਪਟ ਆਪਾਂ ਸਮਝਾਉਣਾ, ਪਹਿਲਾਂ ਇੰਟਰੋਗੇਟਿਵ ਕਰਨਾ, ਫਿਰ ਉਸ ਤੋਂ ਬਾਅਦ ਆਪਾਂ ਨੈਗੇਟਿਵ ਕਰਨਾ, ਅਲੱਗ-ਅਲੱਗ ਸਮਝਾਉਣਾ, ਕੁਝ ਨਹੀਂ, ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਇਹਦੇ ਵਿੱਚ ਆਪਾਂ ਹੀ ਇਜ਼ ਨਾਟ ਹੀ ਤਾਂ ਲਾਉਣਾ। ਮੰਨ ਲਓ ਇੱਕ ਚੀਜ਼ ਛੋਟੀ ਜਿਹੀ ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਸੈਂਟੈਂਸ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਦੇ ਦਿੰਦੇ ਆ। ਜਿਵੇਂ ਦੇਖੋ ਆਹ ਚੀਜ਼ ਇੱਕ ਵਾਰੀ ਨੋਟ ਕਰਕੇ ਪੌਜ਼ ਕਰਕੇ ਨੋਟ ਕਰ ਲੈਣਾ ਸਾਰੀਆਂ ਚੀਜ਼ਾਂ, ਕਿਉਂਕਿ ਫੰਡਾ ਬੇਸਿਕਲੀ ਕੀ ਹੈ, ਕੰਟੀਨਿਊਸ ਹੈ। ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਕੰਟਰੈਕਸ਼ਨ ਦੇ ਹਿਸਾਬ ਨਾਲ, ਜਗ੍ਹਾ ਹੈਗੀ ਇੱਥੇ ਦੱਸ ਦਿੰਦਾ ਤੁਹਾਨੂੰ। ਦੇਖੋ ਇੱਕ ਵਰਡ ਹੁੰਦਾ ਕੰਟਰੈਕਸ਼ਨ, ਇਹ ਨਵੀਂ ਚੀਜ਼ ਆ, ਬਹੁਤ ਘੱਟ ਲੋਕੀ ਕਰਾਉਂਦੇ ਆ। ਜਿੰਨੇ ਵੀ ਟ੍ਰੇਨਰ ਨੇ, ਮੈਂ ਜਿੰਨੀਆਂ ਲੈਕਚਰ ਮੈਂ ਲਾਏ ਨੇ, ਮੈਂ ਨਹੀਂ ਵੇਖਿਆ ਅੱਜ ਤੱਕ, ਨਹੀਂ ਵੇਖਿਆ, ਬਟ ਮੈਂ ਤੁਹਾਨੂੰ ਸਮਝਾ ਰਿਹਾ। ਦੇਖੋ ਕੰਟਰੈਕਸ਼ਨ ਕੀ ਚੀਜ਼ ਹੁੰਦੀ ਹੈ, ਆ ਚੀਜ਼ ਵੇਖ ਰਹੇ ਹੋ, ਸਪੋਜ਼ ਕਰੋ ਹੀ ਇਜ਼, ਦੇਖ ਰਹੇ ਹੋ, ਇਹਨੂੰ ਆਪਾਂ ਕੰਟਰੈਕਸ਼ਨ ਚ ਕਿਵੇਂ ਚੇਂਜ ਕਰਾਂਗੇ। ਮੰਨ ਲਓ ਐ ਲਿਖਿਆ ਹੀ ਇਜ਼, ਇਹਨੂੰ ਆਪਾਂ ਸ਼ਾਰਟ ਵੀ ਤਾਂ ਲਿਖ ਸਕਦੇ ਹਾਂ, ਕਿਤਾਬਾਂ 'ਚ ਵੀ ਲਿਖਿਆ ਹੁੰਦਾ, ਨਿਊਜ਼ਪੇਪਰ 'ਚ ਵੀ ਹੁੰਦਾ, ਜਾਂ ਜਿਹੜੀਆਂ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਰਹੇ ਹੋ ਉਹਦੇ ਵਿੱਚ ਵੀ ਹੁੰਦਾ। ਦੇਖੋ ਕਿਵੇਂ, ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਇਹਨੂੰ ਕਹਿੰਦੇ ਆ ਕੰਟਰੈਕਸ਼ਨ। ਹੁਣ ਮੰਨ ਲਓ ਕੰਟਰੈਕਸ਼ਨ ਆ ਜਾਏ ਇੱਥੇ, ਇਹਨੂੰ ਕਿਵੇਂ ਲਿਖਾਂਗੇ। ਹੁਣ ਵਿਲ ਨਾਟ ਨੂੰ ਕਿਵੇਂ ਲਿਖਾਂਗੇ, ਸਪੋਜ਼ ਕਰੋ ਆਪਾਂ ਵਿਲ ਨਾਟ ਕਰਨਾ, ਆਪਾਂ ਇਹਨੂੰ ਐ ਕਰਾਂਗੇ, ओके। ही वॉज करना, देखो ही वॉज और ही इज दोनों सेम ही है। आ देखो आई थिंक इतनी छोटी सी मिस्टेक है, चेक कर लेंगे ਆਪਾਂ, वांट होगा, ओके। ਤੇ ਅਗਰ ਮੰਨ ਲਓ ਉਹ 네ਗੇਟਿਵ ਦੇ ਸੈਂਸ ਦੇ ਵਿੱਚ ਵਾਂਟ ਹੋ ਜਾਊਗਾ। ਅਗਰ ਸਪੋਜ਼ ਕਰੋ ਆਪਾਂ ਹੀ ਵਿਲ ਨੂੰ ਵਿਦਆਊਟ ਨੋਟ ਆਪਾਂ ਕਰੀਏ ਤਾਂ ਉਹ ਕਿਵੇਂ ਹੋਊਗਾ, ਜਿਵੇਂ ਦੇਖੋ ਹੀ ਵਿਲ ਤਾਂ ਉਹ ਚੇਂਜ ਹੋ ਜਾਊਗਾ ਹੀ ਕਰਕੇ ਐਦਾਂ। ਇਹ ਸਾਰੇ ਕੰਟਰੈਕਸ਼ਨ ਨੇ। ਹੁਣ ਇਸੇ ਤਰ੍ਹਾਂ ਹੀ ਸੈਂਟੈਂਸ ਦਾ ਫਾਰਮੇਸ਼ਨ ਹੁੰਦਾ ਪੂਰੇ ਦੇ ਪੂਰੇ। ਇਹ ਹੈਗਾ ਸੀ ਕੰਟੀਨਿਊਸ ਦਾ ਪ੍ਰੋਸੈਸ, ਠੀਕ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ, ਇਹਨੂੰ ਪੌਜ਼ ਕਰਕੇ ਇੱਕ ਵਾਰੀ ਚੈੱਕ ਕਰ ਲਿਓ। ਕੰਟਰੈਕਸ਼ਨ ਬਹੁਤ ਸਾਰੇ ਨੇ, ਵਿਲ ਸ਼ੈਲ ਵੀ ਹੈ, ਕੁਡ ਵੀ ਹੈ, ਕੈਨ ਵੀ ਹੈ, ਤਾਂ ਫਰਦਰ ਅੱਗੇ ਚੱਲਦੇ ਰਹਿਣਗੇ। ਇੱਕ ਵੈਸੇ ਤਾਂ ਛੋਟਾ ਤਾਂ ਲੈਕਚਰ ਹੀ ਹੈ, ਬਟ ਤੁਹਾਨੂੰ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਕਰ ਲਓ। ਹੀ ਸ਼ੀ ਇਟ ਵਗੈਰਾ, ਜਿਵੇਂ ਇਟਸ ਹੋ ਗਿਆ, ਆ ਦੇਖੋ ਇਟ ਇਜ਼ ਹੋ ਗਿਆ, ਤਾਂ ਐ ਹੋ ਗਿਆ, ਇਟਸ ਐ ਹੋ ਜਾਂਦਾ, ਤਾਂ ਇਦਾਂ ਹੀ ਚੱਲਦਾ ਰਹਿੰਦਾ, ਠੀਕ ਹੈ। ਤਾਂ ਇਹਨੂੰ ਇੱਕ ਵਾਰ ਤੁਸੀਂ ਪੌਜ਼ ਕਰਕੇ ਆਹ ਸੈਂਟੈਂਸਸ ਲਿਖ ਲਿਓ। ਹੁਣ ਆਪਾਂ ਚੱਲਦੇ ਹਾਂ ਫਰਦਰ ਪਰਫੈਕਟ ਵਾਸਤੇ। देखो परफेक्ट, ਇੱਥੇ ਵੀ ਉਹੀ ਚੀਜ਼ ਹੈ, ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ। ਹੁਣ ਬੇਸਿਕ ਚੀਜ਼ ਕੀ ਆ, ਵਰਬ ਦੀ ਥਰਡ ਫਾਰਮ ਸਿਰਫ ਔਰ ਸਿਰਫ ਕੀ ਲੱਗੂਗੀ, ਆ ਵਾਲੀ ਲੱਗੂਗੀ ਥਰਡ ਫਾਰਮ, ਕਿਉਂਕਿ ਆਪਾਂ ਪਹਿਲਾਂ ਆ ਚੀਜ਼ਾਂ ਯੂਜ਼ ਕਰ ਚੁੱਕੇ ਆ। ਡੂਇੰਗ ਵੀ ਕਰ ਚੁੱਕੇ ਆ ਕੰਟੀਨਿਊਸ ਦੇ ਵਿੱਚ, ਡਸ ਕਰ ਚੁੱਕੇ ਆ ਇੰਡੈਫੀਨਿਟ ਦੇ ਵਿੱਚ, ਡਿਡ ਵੀ, ਡੂ ਵੀ ਇੰਡੈਫੀਨਿਟ ਦੇ ਵਿੱਚ ਆਪਾਂ ਯੂਜ਼ ਕਰ ਸਕਦੇ। ਰਹਿ ਕਿਹੜਾ ਗਿਆ, ਫਿਰ ਡਨ ਰਹਿ ਗਿਆ। ਉਹਨੂੰ ਪਾਰਟਿਸਿਪਲ, ਬੇਸਿਕਲੀ ਇਹਨੂੰ ਪਾਰਟਿਸਿਪਲ ਵੀ ਕਹਿੰਦੇ ਆ, ਲੇਕਿਨ ਅੱਗੇ ਫਰਦਰ ਕਲਾਸਿਸ ਦੇ ਵਿੱਚ ਤੁਹਾਨੂੰ ਦੱਸ ਦੂੰਗਾ ਪਾਰਟਿਸਿਪਲ ਤਿੰਨ ਤਰ੍ਹਾਂ ਦੇ ਹੁੰਦੇ ਆ, ਅੱਗੇ ਚੱਲ ਕੇ ਦੇਖਾਂਗੇ ਆਪਾਂ। ਤਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਕੀ ਹੁੰਦਾ, ਹੈਜ਼, ਹੈਵ, ਚਾਹੋ ਤਾਂ ਲਿਖ ਵੀ ਸਕਦੇ ਹੋ, ਕੋਈ ਦਿੱਕਤ ਨਹੀਂ ਹੈ, ਹੈਜ਼, ਹੈਵ, ਓਕੇ। ਪਾਸਟ ਦੇ ਵਿੱਚ ਕੀ ਲੱਗਦਾ, ਹੈਡ ਲੱਗਦਾ। ਫਿਊਚਰ ਦੇ ਵਿੱਚ ਕੀ ਲੱਗਦਾ ਹੈ, ਵਿਲ, ਸ਼ੈਲ ਦੇ ਨਾਲ, ਹੈਵ ਦੇ ਨਾਲ, ਔਰ ਹੋਰ ਇਹਨਾਂ ਸਾਰਿਆਂ ਦੇ ਨਾਲ ਕੀ ਲੱਗਦਾ, ਵਰਬ ਦੀ ਥਰਡ। ਪਰਫੈਕਟ ਦੇ ਵਿੱਚ ਵਿਲ ਸ਼ੈਲ ਦੇ ਨਾਲ ਹੈਵ ਲਾਣਾ ਜ਼ਰੂਰੀ ਆ। ਕਿਉਂ ਲਾਣਾ ਜ਼ਰੂਰੀ ਆ, ਕਿਉਂਕਿ ਵਿਲ ਸ਼ੈਲ ਤਾਂ ਆਪਣੇ ਆਪ ਚ ਇੱਕ ਮਾਡਲ ਆ, ਲੇਕਿਨ ਪਰਫੈਕਟ ਦੀ ਸੈਂਸ ਉਹਦੇ ਚ ਕਵਰ ਨਹੀਂ ਹੁੰਦੀ, ਇਸ ਕਰਕੇ ਹੈਵ ਲਾਣਾ ਜ਼ਰੂਰੀ ਹੈ। ਐਗਜ਼ਾਮ ਦੇ ਵਿੱਚ ਕੀ ਹੁੰਦਾ, ਕਈ ਵਾਰੀ ਉਹ ਐਰਰ ਦੇ ਦਿੰਦਾ, ਇਹਦੇ ਨਾਲ ਹੈਜ਼ ਲਾ ਦਿੰਦਾ, ਜੋ ਕਿ ਗਲਤ ਹੈ, ਓਕੇ। ਵਿਲ ਹੈਜ਼ ਕਦੇ ਨਹੀਂ ਹੁੰਦਾ, ਸ਼ੈਲ ਹੈਜ਼ ਕਦੇ ਨਹੀਂ ਹੁੰਦਾ, ਇਸ ਕਰਕੇ ਵਿਲ ਹੈਵ ਲੱਗਦਾ ਤੇ ਵਰਬ ਦੀ ਥਰਡ ਫਾਰਮ ਲੱਗਦੀ ਹੈ। ਹੁਣ ਇਹਨੂੰ ਆਪਾਂ ਇੱਕ ਸੈਂਟੈਂਸ ਲੈ ਲੈਂਦੇ ਆ, ਜਿਵੇਂ ਉਹ ਕੰਮ ਕਰ ਚੁੱਕਾ ਹੈ, ਚੁੱਕਾ ਹੈ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ। ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਕੀ ਹੁੰਦਾ, ਉਹ ਕੰਮ ਜਿਹੜਾ ਹਾਲ ਫਿਲਹਾਲ ਦੇ ਵਿੱਚ ਹੋਇਆ ਹੋਵੇ, ਰੀਸੈਂਟਲੀ ਹੋਇਆ ਹੋਵੇ, ਕੁਝ ਦਿਨ ਪਹਿਲਾਂ ਹੋਇਆ ਹੋਵੇ, 1 ਘੰਟਾ 2 ਘੰਟਾ ਪਹਿਲਾਂ ਹੋਇਆ ਹੋਵੇ, ਉਹ ਕੀ ਹੁੰਦਾ, ਪ੍ਰੈਜ਼ੈਂਟ ਪਰਫੈਕਟ ਹੁੰਦਾ। ਪਰਫੈਕਟ ਭਾਵੇਂ ਪਾਸਟ ਵਿੱਚ ਹੋਵੇ ਭਾਵੇਂ ਫਿਊਚਰ ਦੇ ਵਿੱਚ ਹੋਵੇ, ਉਹਦਾ ਸੈਂਸ ਇੱਕੋ ਹੀ ਹੁੰਦਾ। ਦੇਖੋ ਕਿਵੇਂ, ਬਸ ਇੱਕ ਡਿਊਰੇਸ਼ਨ ਚੇਂਜ ਹੋ ਜਾਂਦੀ ਹੈ, ਟਾਈਮ ਡਿਊਰੇਸ਼ਨ ਚੇਂਜ ਹੁੰਦੀ ਹੈ, ਲੇਕਿਨ ਪਰਫੈਕਟ ਦਾ ਸੈਂਸ ਸੇਮ ਹੀ ਰਹਿੰਦਾ ਹੈ, ਮਤਲਬ ਵਰਬ ਦੀ ਥਰਡ ਫਾਰਮ ਅਕੋਰਡਿੰਗ ਟੂ ਵਰਬ, ਠੀਕ ਹੈ। ਦੇਖੋ ਉਹ ਕੰਮ ਕਰ ਚੁੱਕਾ ਹੈ, ਜਾਂ ਜੇ ਮੰਨ ਲਓ ਐਦਾਂ ਲਿਖਿਆ ਹੋਵੇ, ਜਾਂ ਐਦਾਂ ਲਿਖਿਆ ਹੋਵੇ ਉਹ ਕੰਮ, ਜਾਂ ਇਹ ਲਿਖਿਆ ਹੋਵੇ ਉਸਨੇ ਕੰਮ ਕਰ ਲਿਆ ਹੈ,
ਇਹਨਾਂ ਦੋਨਾਂ ਦਾ मीनिंग सेम ही है। एक ही है प्रेजेंट परफेक्ट, लेकिन अपन लिखांगे किवें, देखो he has done his work, बहुत हाथ से इसे चीज ਨੂੰ पास जब हम चुका है, हम इसे ਨੂੰ चुका सी कर लेने हैं, वो की हो जाऊगा पास्ट परफेक्ट हो जाऊगा, फिर इत्थे की आ जाऊगा ਇਹਦੀ जगह ਤੇ हैड आ जाऊगा। ਉਹ ਕੰਮ ਕਰ ਚੁੱਕਾ ਹੈ, ਸਾਨੂੰ ਜੈਂਡਰ ਦਾ ਕਿਵੇਂ ਪਤਾ ਲੱਗ ਗਿਆ, ਇੱਥੋਂ ਚੁੱਕਾ ਹੈ। ਜੇ ਮੰਨ ਲਓ ਇੱਥੇ ਪਲੂਰਲ ਉਹ ਕੰਮ ਕਰ ਚੁੱਕੇ ਹਨ, ਉੱਥੇ ਫਿਰ ਉੱਥੇ ਕੀ ਆ ਜਾਊਗਾ, ਮੰਨ ਲਓ ਸਪੋਜ਼ ਕਰੋ ਇਹਨੂੰ ਆਪਾਂ ਇੱਕ ਵਾਰੀ ਫਿਰ ਲੈ ਲੈਂਦੇ ਹਾਂ, ਉਹ ਕੰਮ ਕਰ ਚੁੱਕੇ ਹਨ, ਉਹ ਚੁੱਕੇ ਹਨ, ਇਹਨੂੰ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਪਲੂਰਲ ਸੈਂਸ ਹੈ। ਹੁਣ ਆਪਾਂ ਫਿਰ ਇਹਨੂੰ ਕਿਵੇਂ ਕਰ ਦਾਂਗੇ, ਦੇ ਹੈਵ ਡਨ देयर वर्क आ जाएगा, ਇੱਥੇ ਆਪਣਾ ਵੀ ਲਿਖ ਸਕਦੇ ਹੋ, ਉੱਥੇ ਉਹ ਆਪਣਾ ਕੰਮ ਕਰ ਚੁੱਕੇ ਹੋਣ, ਇੱਥੇ ਵੀ ਆਪਣਾ ਕਰ ਲਓ, ਠੀਕ ਹੈ, ਉਹ ਆਪਣਾ ਕੰਮ ਕਰ ਚੁੱਕੇ ਹਨ। ਤਾਂ ਹਿਸ ਜ਼ਰੂਰੀ ਹੈ ਕਿਉਂਕਿ ਸਿੰਗੂਲਰ ਦੇ ਨਾਲ ਹਿਸ ਲੱਗਦਾ। ਇਹ ਵੀ ਚੀਜ਼ ਦੇਖੋ, ਇੱਕ ਛੋਟਾ ਜਿਹਾ ਚੈਪਟਰ ਹੁੰਦਾ ਹੈ ਸਬਜੈਕਟ ਵਰਬ ਅਗਰੀਮੈਂਟ, ਸੁਪਰ ਇੰਪੋਰਟੈਂਟ ਹੁੰਦਾ ਹੈ। ਉਹ ਕੀ ਹੁੰਦਾ ਹੈ ਕਿ ਸਬਜੈਕਟ ਦੇ ਹਿਸਾਬ ਨਾਲ ਵਰਬ ਦਾ ਅਗਰੀਮੈਂਟ, ਠੀਕ ਹੈ। ਜਿਵੇਂ ਮੰਨ ਲਓ ਆ ਦੇਖੋ, ਆ ਸਿੰਗੂਲਰ ਪਰਸਨ ਹੈ, ਤਾਂ ਸਿੰਗੂਲਰ ਦੇ ਹਿਸਾਬ ਨਾਲ ਹੈਜ਼ ਹੈਵ ਦੇ ਨਾਲ ਹੁਣ ਤੁਹਾਡਾ ਲੱਗਦਾ, ਤੇ ਉਸੇ ਹਿਸਾਬ ਨਾਲ ਹੀ ਤੁਹਾਡਾ ਪ੍ਰੋਨਾਉਨ ਲੱਗਦਾ। ਇਹ ਪੋਸੈਸਿਵ ਪ੍ਰੋਨਾਉਨ ਕਹਿੰਦੇ ਆ ਇਹਨੂੰ, ਠੀਕ ਹੈ। ਐਵੇਂ ਦੇਖੋ ਦੇ ਹੈਵ, ਹੁਣ ਦੇ ਨਾਲ ਤਾਂ ਹੈਵ ਲਾਇਆ ਕਿਉਂਕਿ ਦੇ ਕੀ ਹੈ ਪਲੂਰਲ ਆ। ਹੈਜ਼ ਕਿੱਥੇ ਲੱਗਦਾ, ਸਿੰਗੂਲਰ ਦੇ ਨਾਲ, ਹੈਜ਼ ਇੱਥੇ ਲਿਖ ਲਓ ਭਾਵੇਂ, ਹੈਜ਼ ਸਿੰਗੂਲਰ ਦੇ ਨਾਲ ਲੱਗਦਾ ਹੈ ਤੇ ਹੈਵ ਪਲੂਰਲ ਦੇ ਨਾਲ ਲੱਗਦਾ ਹੈ। ਕੁਝ ਬੱਚਿਆਂ ਨੂੰ ਆ ਦਿੱਕਤ ਹੁੰਦੀ ਹੈ ਕਿ ਹੈਜ਼ ਹੈ ਤੇ ਸਰ ਹੈਜ਼ ਕਿਵੇਂ ਯੂਜ਼ ਕਰੀਏ, ਬਹੁਤ ਸਿੰਪਲ ਹੈ। थर्ड पर्सन सिंगुलर जिथे मैं ही शी इट दिस दैट लिखवाया सी ਉੱਥੇ हैज ਆਊਗਾ। आई हुई दे यू दीस ਦੇ ਨਾਲ ਆਪਾਂ हैव ਲਾਉਂਦੇ, ਜਿਵੇਂ ਆਪਾਂ ਨਹੀਂ ਕਹਿੰਦੇ आई हैव अ पेन, मेरे पास एक पेन है एट प्रेजेंट है, हाल फिलहाल में मैंने खरीदा था, मेरे पास है, ये मेरे को हैगा। सॉरी मैं थोड़ी हिंदी टर्म यूज कर गया, बट कोई गल नहीं, मैनेज कर ली। आई होप ਤੁਹਾਨੂੰ ਹਿੰਦੀ ਆਂਦੀ ਹੋਣੀ ਹੈ, ਚਲੋ ਕੋਈ ਗੱਲ ਨਹੀਂ। ਤੇ ਆਪਾਂ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਠੀਕ ਹੈ। ਤਾਂ ਹੁਣ ਫਿਊਚਰ ਦੀ ਗੱਲ ਕਰ ਲੈਂਦੇ ਆ। ਉਹ ਆਪਣਾ ਕੰਮ ਕਰ ਚੁੱਕੇ ਹੋਣਗੇ, ਠੀਕ ਹੈ। ਉਹ ਆਪਣਾ ਹੋਊਗਾ ਕਿ ਆਪਣਾ ਹੋਊਗਾ, ਮੈਂ ਕਰ ਲੈਂਦੇ ਹਾਂ, ਆਪਣਾ ਕੰਮ ਕਰ ਚੁੱਕੇ ਹੋਣਗੇ। ਹੁਣ ਵੇਖੋ, they will have done their work, ਸਿੰਪਲ, ਕੁਝ ਨਹੀਂ ਹੈ। परफेक्ट ਦੇ ਹਿਸਾਬ ਨਾਲ ਲੈ ਕੇ ਚੱਲੋ ਸਾਰੇ ਪਾਸੇ। ਇਹਦੇ ਚੋਂ ਦੇਖੋ ਥਰਡ ਫਾਰਮ ਭਾਵੇਂ ਹੈਡ ਆ ਜੇ, ਇੱਥੇ ਹੈਡ ਬੀਨ ਹੈਡ ਡਨ ਲਾ ਲਓ, ਕੋਈ ਗੱਲ ਨਹੀਂ। ਹਿਸ ਵਰਕ, ਆ ਵੇਖੋ ਕੋਈ ਚੇਂਜ ਹੈ, ਕੋਈ ਚੇਂਜ ਨਹੀਂ ਹੈ। ਵੇਖੋ ਜਿੱਥੇ ਵੇਖੋ ਵਰਬ ਦੀ ਥਰਡ ਫਾਰਮ ਯੂਜ਼ ਹੋ ਰਹੀ ਹੈ। ਕਾਮਨ ਚੀਜ਼ ਕੀ ਦਿੱਤੀ ਹੈ ਮੈਂ ਤੁਹਾਨੂੰ, परफेक्ट ਦੇ ਵਿੱਚ ਥਰਡ ਫਾਰਮ, ਬਸ ਟੈਂਸ ਇੱਥੋਂ ਓਵਰ ਹੋ ਜਾਂਦੇ ਨੇ। मतलब आई मीन कॉमन चीज़ा लैके चलो, बस कुछ नहीं करना, कोई तू तेरा नहीं, कोई 12 के 12 टेंस याद करने की लोड़ नहीं, सिर्फ और सिर्फ परफेक्ट लैके चलो। इसे तरह ही लैंग्वेज लर्न की जाती है। लिंग्विस्टिक जेडे लोग ने वो एवं ही कराते हैं, ठीक है। ਆਪਾਂ ਤਾਂ ਐ ਨਹੀਂ ਹੈ 12 ਦੇ 12 ਟੈਂਸਸ ਕਰਾਵਾਂਗੇ, ਬਸ ਕਾਮਨ ਚੀਜ਼ ਲੈ ਕੇ ਚਲੋ। ਅਗਰ ਪ੍ਰੈਜ਼ੈਂਟ ਹੈ ਤਾਂ ਹੈਜ਼ ਹੈਵ ਲਾਓ, ਸਿੰਗੂਲਰ ਦੇ ਵਿੱਚ ਹੈਜ਼ ਲੱਗੂਗਾ, ਪਲੂਰਲ ਦੇ ਵਿੱਚ ਹੈਵ ਲੱਗੂਗਾ। ਤੇ ਹੈਡ ਕਿੱਥੇ, ਪਾਸਟ ਦੇ ਵਿੱਚ, ਚਾਹੇ ਸਿੰਗੂਲਰ ਹੋਵੇ ਤੇ ਚਾਹੇ ਪਲੂਰਲ ਹੋਵੇ, ਕਿਉਂਕਿ ਕੋਈ ਵੀ बुक उठा के देख लो ਉੱਥੇ ਹੈਡ ਹੀ ਆਊਗਾ। ਅਗਰ ਮੰਨ ਲਓ ਤੁਸੀਂ ਇੰਡੈਫਿਨਿਟ ਨੂੰ ਤੁਸੀਂ ਕੁਐਸਚਨ ਪੁੱਟ ਕਰ ਰਹੇ ਹੋ ਤਾਂ ਹੈਜ਼ ਸਬਜੈਕਟ ਤੋਂ ਪਹਿਲਾਂ ਲਾ ਦਿਓ, ਬਸ ਉਹਦਾ ਸਟਰਕਚਰ ਕੀ ਹੋਊਗਾ। ਆ ਵੇਖੋ, ਜਿਵੇਂ ਮੰਨ ਲਓ ਹੈਜ਼, ਇੱਥੇ हैज ਇਹਦਾ ਆਪਾਂ ਵੇਖਦੇ ਹਾਂ हैज ਦੇ ਨਾਲ ਸਬਜੈਕਟ ਆਊਗਾ, ਫਿਰ ਵਰਬ ਆਊਗਾ, ਬਾਕੀ ਦਾ ਅੱਗੇ ਸੈਂਟੈਂਸ ਆਊਗਾ, ਬਸ ਕੁਝ ਨਹੀਂ ਕਰਨਾ। ਇਸੇ ਨੂੰ ਕਰਕੇ ਦੇਖ ਲੈਂਦੇ ਆਪਾਂ, ਇੱਕ ਵਾਰੀ ਲਿਖਾ ਦੇਣਾ ਤੁਹਾਨੂੰ ਕਿ ਉਸਨੇ ਕੰਮ ਕਰ ਲਿਆ ਹੈ। ਮੰਨ ਲਓ ਆਪਾਂ ਐ ਲਿਖਦੇ ਹਾਂ ਕਿ ਉਸਨੇ ਕੰਮ ਕਰ ਲਿਆ ਹੈ, ਜਗ੍ਹਾ ਸਪੇਸ ਥੋੜੀ ਬਣਾਣੀ ਪੈਣੀ ਹੈ। ਇੱਕ ਮਿੰਟ ਆਪਾਂ ਨੂੰ ਰਬ ਕਰੀਏ। ਹੋਪ ਤੁਹਾਨੂੰ ਇੱਥੋਂ ਤੱਕ ਹੋ ਗਿਆ ਹੋਣਾ, ਤੁਸੀਂ ਇਹਨੂੰ ਸਕਰੀਨਸ਼ਾਟ ਲੈ ਲਿਓ ਜਾਂ ਪੌਜ਼ ਕਰਕੇ ਲਿਖ ਲਿਆ ਜੀ। ਥੋੜਾ ਜਿਹਾ ਮੈਂ ਚੇਂਜ ਇੱਕ ਸੈਂਟੈਂਸ ਦੱਸ ਦਿੰਦਾ ਤੁਹਾਨੂੰ, ਉਹਦੇ ਹਿਸਾਬ ਨਾਲ इंटरोगेटिव जैसा बता देना तुम। देखो कि उसने अपना काम कर लिया है। हुण देखो
हैज ही डन हिज वर्क। क्वेश्चन मार्क जरूर लाना क्योंकि क्वेश्चन पूछा उन्हें थे, ठीक है। इधर देखो, वेरी सिंपल। इस तो अलावा और कुछ नहीं होता, ठीक है। नॉट लाना तो नॉट ला लो इथे, हैज ही नॉट डन हिज वर्क। इथे मान लो नहीं कीता कर लिया या जो भी व्हाटएवर यू वांट टू से इथे लो, ठीक है। और कुछ नहीं। मान लो इन्हों कॉन्ट्रैक्शन यूज करना, हैज नॉट का कॉन्ट्रैक्शन यूज करना है। सपोज करो अगर मान लो सेंटेंस इदा आए, ਇਹਨੂੰ ਆਪਾਂ ਕਿਵੇਂ ਲਿਖਾਂਗੇ, hasn't। ਫਿਰ ਕੀ ਕਰਾਂਗੇ, ਫਿਰ ਆਪਾਂ ਇੱਥੇ ਥੋੜਾ ਜਿਹਾ ਸਟਰਕਚਰ ਚੇਂਜ ਹੋ ਜਾਊਗਾ। ਇੱਥੇ ਲਿਖਾਂਗੇ ਕਿਉਂਕਿ ਇਹ ਇੱਕ ਵਰਡ ਬਣ ਜਾਂਦਾ ਨਾ, ਇੱਕੋ ਵਰਡ ਬਣ ਜਾਂਦਾ, ਫਿਰ ਆਪਾਂ ਇਹਨੂੰ ਪਹਿਲਾਂ ਲੈ ਕੇ ਆਵਾਂਗੇ, hasn't he done his work। बस किਵੇਂ ਮਰਜ਼ੀ ਕਰੋ, नेगेटिव करो, इंटरोगेटिव करो, इंटरोगेटिव प्लस नेगेटिव करो, whatever you want to do, it is very easy, okay। बस ਕਨਸੈਪਟ ਕੀ ਸਮਝਿਆ ਆਪਾਂ, ਪਰਫੈਕਟ ਸਮਝਿਆ। ਤੇ ਹੁਣ ਆਪਾਂ ਲਾਸਟ ਸੈਂਟੈਂਸ ਜਿਹੜੇ ਆਉਂਦੇ ਆ ਉਹ ਵੇਖਦੇ ਆ, ਜਿਹੜੇ ਕਿ ਪਰਫੈਕਟ ਕੰਟੀਨਿਊਸ ਨੂੰ ਲੈ ਕੇ ਚੱਲਣਗੇ। ਵੇਖੋ ਕਿਵੇਂ। परफेक्ट कंटीन्यूअस देखो, प्रेजेंट परफेक्ट हो, पास्ट परफेक्ट हो, फ्यूचर परफेक्ट हो, सेम ही चीज है। ਇਹਦੇ ਵਿੱਚ ਆਪਾਂ ਕੀ ਲੈਣਾ ਲੱਗੇਗਾ ਕਿ ਸਿਰਫ ਉਹਦੀ ਹੈਲਪਿੰਗ वर्ब, ਇਹਨੂੰ ਥੋੜਾ ਜਿਹਾ ਆਪਾਂ ਲਿਖ ਲੈਂਦੇ ਆ, हैज, हैव, हैड, will have, shall have ਦੇ ਨਾਲ verb ਦੀ थर्ड फॉर्म ਦੇ ਨਾਲ V1 plus ing ਦੇ ਨਾਲ since ਤੇ for। ਹੁਣ ਵੇਖੋ ਤੁਸੀਂ ਕਹੋਗੇ ਇੰਨੀ ਲੰਬੀ ਲਾਈਨ ਯਾਦ ਕਿਵੇਂ ਹੋ, ਸਿੰਪਲ ਹੈ। ਜੇ ਆਜੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਤਾਂ ਆ ਲਾ ਦਿਓ ਜੀ, ਜੇ ਆਜੇ ਪਾਸਟ ਪਰਫੈਕਟ ਕੰਟੀਨਿਊਸ ਆ ਲਾ ਦਿਓ ਜੀ, ਜੇ ਆਜੇ ਫਿਊਚਰ ਪਰਫੈਕਟ ਕੰਟੀਨਿਊਸ ਤਾਂ ਆ ਲਾ ਦਿਓ ਜੀ। ਬਾਕੀ ਦਾ ਸੇਮ ਤੁਹਾਡਾ ਸੇਮ ਰਹਿਣਾ, ਓਕੇ। ਆਹ ਵਾਲੀ ਚੀਜ਼ਾਂ ਸੇਮ ਹੀ ਰਹਿਣੀ ਹੈ। ਹੁਣ ਵੇਖੋ ਇੱਕ ਸੈਂਟੈਂਸ ਲਿਖਾਂਗਾ, ਉਹਦੇ ਤਿੰਨ ਸੈਂਟੈਂਸ ਬਣ ਜਾਣਗੇ। ਵੇਖੋ ਕਿਵੇਂ, ਉਹ ਸਵੇਰੇ ਤੋਂ ਕੰਮ ਕਰ ਰਿਹਾ ਹੈ। ਉਹ ਸਵੇਰੇ ਤੋਂ ਕੰਮ ਕਰ ਰਿਹਾ ਹੈ। ਹੁਣ ਆ ਕੀ ਚੀਜ਼ ਹੈ, ਸਵੇਰ ਤੋਂ ਕਰ ਰਿਹਾ ਹੈ। मैं चीज समझाई सी, since is for point of time, since is for point of time और for the particular time। एक बहुत सारे बच्चों की दिक्कत होती है since पर थोड़ा सा एक बार फिर दसना, थोड़ी रिवीजन भी हो जाएगी। देखो अगर मान लो तुसी 10 सालों तो रह रहे हो किसी महल्ले दे विच, किसी पिंड दे विच, किसी लोकैलिटी दे विच, तुसी 10 सालों तो रह रहे हो। तो अज तो ला लो आज 2020 आ, तेरा मतलब तुसी 2010 तो रह रहे हो। तो जो तुसी 2010 तो रह रहे हो तो उदों आपां लावांगे since 2010, since 2010। अगर इसे नूं आपां गिनती दे हिसाब नाल वेखीए, आपां गिण सकदे होईए तो आपां की लवांगे for 10 years। मतलब दोनों का सेम ही आ, for 10 years। देखो मतलब दोनों का सेम है, इहदे च की दिक्कत है, कोई दिक्कत नहीं है। बस फर्क सिर्फ इन्ना है कि आपां इत्थे 10 years गिणे होए आ, ਜਿਹੜੀ ਚੀਜ਼ ਗਿਣ ਸਕਦੇ ਆਪਾਂ ਫॉर ਲਾਉਂਦੇ ਆ, ਸਿੰਸ ਆਪਾਂ ਫਰਮ ਦਾ ਪੁਆਇੰਟ ਆਫ ਟਾਈਮ ਲਾਉਂਦੇ। ਹੁਣ 2010 ਤੋਂ ਰਹਿ ਰਹੇ ਆ, ਹੁਣ ਇਹਦੇ ਚ ਐਗਜ਼ੈਕਟ ਤਾਂ ਨਹੀਂ ਹੈਗਾ ਨਾ ਵੀ ਕਿਹੜੇ ਟਾਈਮ ਕਿੰਨੇ ਵਜੇ ਤੁਸੀਂ ਘਰੇ ਘੁਸੇ ਸੀਗੇ, ਕਦੋਂ ਕੀ ਕੀਤਾ, ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਆਪਾਂ ਸਿਰਫ ਇੰਨਾ ਪਤਾ ਕਿ ਆਪਾਂ 2010 ਦੇ ਵਿੱਚ ਆਏ ਸੀ। ਹੁਣ ਇਹ ਕਦੇ ਕੋਈ ਪੁੱਛਦਾ ਕਿਹੜੇ ਮਹੀਨੇ ਚ ਆਏ ਸੀ, ਕਿਹੜੇ ਦਿਨ ਆਏ ਸੀ, ਕਿੰਨੇ ਘੰਟੇ ਲੱਗੇ ਸੀ, ਕਦੇ ਕੋਈ ਨਹੀਂ ਪੁੱਛਦਾ। ਇਹਨਾਂ ਟਾਈਮ ਕਿਹਦੇ ਕੋਲ ਹੈ, ਕਿਸੇ ਕੋਲ ਨਹੀਂ ਹੈਗਾ। ਸੈਂਟੈਂਸ ਦੇ ਹਿਸਾਬ ਨਾਲ ਵੀ ਫਿਰ ਏਦਾਂ ਹੀ ਇੱਕ ਸਟਰਕਚਰ ਬਣ ਜਾਂਦਾ, ਠੀਕ ਹੈ। ਹੁਣ ਵੇਖੋ ਉਹ ਸਵੇਰ ਤੋਂ ਕੰਮ ਕਰ ਰਿਹਾ ਹੈ। ਹੁਣ ਇਹਨੂੰ ਆਪਾਂ ਕਿਵੇਂ ਲਿਖਾਂਗੇ, he has been working since morning। दसो की दिक्कत है, कोई दिक्कत नहीं है। ਇਹਨੂੰ ਪਾਸਟ ਚ ਲਾ ਦਿਓ, ਜਿੱਥੇ हैज ਲਾਇਆ ਉੱਥੇ had ਲਾ ਦਿਓ ਬਸ, ਬਾਕੀ ਸਾਰਾ ਸੈਂਟੈਂਸ ਸੇਮ ਆ। ਫਿਊਚਰ ਤੇ ਲਾਉਣਾ, ਫਿਊਚਰ ਤੇ ਲਾ ਦਿਓ he will have been working। दसो
ਆਹੀ ਤਾਂ ਸਿੰਪਲ ਚੀਜ਼ਾਂ ਨੇ। ਟੈਂਸ਼ਨ ਮੈਂ ਹਵਾ ਬਣਾ ਰੱਖਿਆ ਹੈ, ਅਲੱਗ-ਅਲੱਗ ਚੈਨਲਾਂ ਤੇ ਪਤਾ ਨਹੀਂ ਕਿਵੇਂ ਕਿਵੇਂ ਦੱਸਦੇ ਆ। ਆਪਾਂ ਕੁਝ ਨਹੀਂ ਕਰਨਾ, ਆਪਾਂ ਸਿੰਪਲ ਫੰਡਾ ਕੀਤਾ ਹੈ। ਕੋਈ ਵੀ ਆ ਜੇ ਵਰਲਡ ਦੇ ਵਿੱਚ ਜਿੱਥੇ ਮਰਜ਼ੀ ਕਰ ਲਿਓ, ਮੈਂ ਕਹਿੰਦਾ ਚੇਂਜ ਹੀ ਨਹੀਂ ਹੋਣਾ। ਆਪਾਂ ਉਹ ਨਹੀਂ ਹੈਗੇ, ਸਿੰਪਲ ਚੀਜ਼ਾਂ ਕਰਾਂਗੇ। ਆਪਾਂ ਕਨਸੈਪਟ ਸਮਝੋ ਪਹਿਲਾਂ। ਆਹ ਵੇਖੋ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਪਰਫੈਕਟ ਕੰਟੀਨਿਊਸ ਤੇ ਮੈਂ ਤੁਹਾਨੂੰ ਦੱਸ ਚੁੱਕਿਆ, ਅੱਧਾ ਪਾਰਟ ਪਰਫੈਕਟ ਦਾ, ਅੱਧਾ ਪਾਰਟ ਕੰਟੀਨਿਊਸ ਦਾ, ਅੱਧਾ ਪਾਰਟ ਪਰਫੈਕਟ ਦਾ। ਆਹ ਵੇਖੋ, ਆਹ ਵਾਲਾ ਪਰਫੈਕਟ ਦਾ ਪਾਰਟ ਆ, ਆਹ ਵਾਲਾ ਕੰਟੀਨਿਊਸ ਦਾ ਪਾਰਟ ਆ। ਹੈ ਕਿ ਹੁਣ ਕੁਐਸਚਨ ਇਹ ਰਾਈਜ਼ ਹੁੰਦਾ ਹੈ ਕਿ ਸਰ ਤੁਸੀਂ ਲਿਖਿਆ ਪਰਫੈਕਟ ਕੰਟੀਨਿਊਸ ਤੇ ਕੰਟੀਨਿਊਸ ਦੇ ਹੈਲਪਿੰਗ ਵਰਬ ਕਿਉਂ ਨਹੀਂ ਆਉਂਦੇ? ਕਿਉਂਕਿ ਕਿਸੇ ਵੀ ਸੈਂਟੈਂਸ ਦੇ ਵਿੱਚ ਹੈਲਪਿੰਗ ਵਰਬ ਇੱਕੋ ਵਾਰੀ ਹੀ ਆਉਂਦਾ ਹੈ। ਉਹਦੀ ਕ੍ਰਿਆ ਜਿਹੜੀ ਹੁੰਦੀ ਹੈ ਉਹੀ ਦੱਸਦਾ ਹੈ ਕਿ ਤੁਹਾਡਾ ਕੰਮ ਕਰਨ ਦਾ ਤਰੀਕਾ ਕਿੱਦਾਂ। ਓਕੇ, ਆਪਾਂ ਇਹਨੂੰ ਐ ਨਹੀਂ ਲਿਖਾਂਗੇ ਹੀ ਹੈਜ਼ ਬੀਨ ਇਜ਼ ਵਰਕਿੰਗ, ਨਹੀਂ, ਗਲਤ ਹੈ। ਕਈ ਵਾਰੀ ਐਵੇਂ ਵੀ ਆ ਜਾਂਦਾ ਸੈਂਟੈਂਸ ਦੇ ਵਿੱਚ, ਮੰਨ ਲਓ ਉਹਨਾਂ ਨੇ ਇੱਕ ਐਰਰ ਪੁੱਛ ਲਿਆ ਤਾਂ ਉੱਥੇ ਇਜ਼ ਲਿਖਿਆ ਹੋਏਗਾ, ਯਾਰ ਹੈਜ਼ ਬੀਨ ਦੇ ਨਾਲ ਇਜ਼ ਕਿਵੇਂ ਆ ਜਾਊਗਾ? ਆਉਣਾ ਹੀ ਨਹੀਂ, ਕਿਉਂਕਿ ਹੈਜ਼ ਦੇ ਆਲਰੇਡੀ ਹੈਜ਼ ਆਪਾਂ ਕਰ ਰਹੇ ਹਾਂ ਸਿੰਗੂਲਰ ਦੇ ਹਿਸਾਬ ਨਾਲ। ਤਾਂ ਇਹਦਾ ਮਤਲਬ ਕੰਟੀਨਿਊਸ ਦਾ ਮਤਲਬ ਇਹ ਥੋੜੀ ਕਿ ਹਰ ਸੈਂਟੈਂਸ ਦੇ ਵਿੱਚ ਕੰਟੀਨਿਊਸ ਦਾ ਵੀ ਹੈਲਪਿੰਗ ਵਰਬ ਆਪਾਂ ਯੂਜ਼ ਕਰਾਂਗੇ, ਨਹੀਂ ਆਏਗਾ। ਇਸੇ ਹਿਸਾਬ ਨਾਲ ਆਪਣਾ ਇਹ ਟੈਂਸ ਪੂਰਾ ਕਵਰ ਹੋ ਜਾਊਗਾ। ਜੇ ਮੰਨ ਲਓ ਆਪਾਂ ਕੁਐਸਚਨ ਬਣਾਉਣਾ ਹੋਵੇ, ਹੈਜ਼ ਪਹਿਲਾਂ ਲੈ ਆਓ, ਸਬਜੈਕਟ ਬਾਅਦ ਚ ਲੈ ਲਓ, ਬੀਨ ਬਾਅਦ ਚ ਲੈ ਲਓ। ਨੈਗੇਟਿਵ ਕਰਨਾ ਹੋਵੇ ਹੀ ਹੈਜ਼ ਨਾਟ ਆ ਜਾਊਗਾ। ਨੈਗੇਟਿਵ ਪਲੱਸ ਇੰਟਰੋਗੇਟਿਵ ਕਰਨਾ ਹੋਵੇ ਤਾਂ ਆਪਾਂ ਹੈਜ਼ ਹੀ ਨਾਟ ਆ ਜਾਊਗਾ, ਬੀਨ ਅੱਗੇ ਫਰਦਰ ਸੈਂਟੈਂਸ ਆ ਜਾਊਗਾ ਜਿਹੜਾ ਆਪਾਂ ਲਿਖਿਆ। ਜੇ ਨੈਗੇਟਿਵ ਪਲੱਸ ਇੰਟਰੋਗੇਟਿਵ ਕਰਨਾ ਤੇ ਆਪਾਂ ਹੈਜ਼ਨਟ ਨੂੰ ਹੈ ਆਪਾਂ ਇਸ ਤਰ੍ਹਾਂ ਲਿਖ ਲਾਂਗੇ, ਹੈਜ਼ਨਟ ਹੀ ਬੀਨ। ਬਸ ਆਹੀ ਨੇ ਤੁਹਾਡੇ ਟੈਂਸ। ਕਿਤਾਬ ਚੱਕੋ, 10ਵੀਂ ਦੀ 12ਵੀਂ ਦੀ ਟ੍ਰਾਂਸਲੇਸ਼ਨ ਦੀ ਜਿਹੜੀ ਵੀ ਤੁਸੀਂ ਕਿਤਾਬ ਚੱਕਣੀ ਹੈ ਚੱਕੋ। ਇੱਕ ਤੁਹਾਨੂੰ ਮੈਂ ਪੀਡੀਐਫ ਫਾਰਮੈਟ ਦੇ ਵਿੱਚ ਮੈਂ ਤੁਹਾਨੂੰ ਇੱਕ ਤੁਹਾਡੇ ਪੇਡ ਚੈਨਲ ਹੈ ਜਿਹੜਾ, ਉਹਦੇ ਵਿੱਚ ਤੁਹਾਨੂੰ ਮੈਂ ਇੱਕ ਟ੍ਰਾਂਸਲੇਸ਼ਨ ਵਾਸਤੇ ਤੁਹਾਨੂੰ ਇੱਕ ਪੈਸੇਜ ਦਊਂਗਾ। ਸਭ ਤੋਂ ਪਹਿਲਾਂ ਤੁਸੀਂ ਪੈਸੇਜ ਕਰਨਾ, ਫਿਰ ਉਸ ਤੋਂ ਬਾਅਦ ਅਗਲੇ ਸੈਸ਼ਨ ਦੇ ਵਿੱਚ ਤੁਹਾਨੂੰ ਮੈਂ ਉਹਦੀ ਆਨਸਰ ਕੀ ਦਊਂਗਾ ਉਹ ਮੈਂ ਬਹੁਤ ਜਲਦੀ ਤੁਹਾਨੂੰ ਪ੍ਰੋਵਾਈਡ ਕਰਾਂਗਾ। ਤਾਂ ਇਹ ਸੀ ਸਾਡਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਇਹ ਲੈਕਚਰ ਪੂਰਾ ਇਨਫੋਰਮੇਟਿਵ ਲੱਗਿਆ ਹੋਣਾ ਤੇ ਕਿ ਆਉਣ ਵਾਲੇ ਜਿੰਨੇ ਵੀ ਲੈਕਚਰ ਹੋਣਗੇ ਬਹੁਤ ਵਧੀਆ ਹੋਣਗੇ। ਇਸ ਗੱਲ ਦੀ ਤੁਹਾਨੂੰ ਮੈਂ ਇੱਕ ਵਾਅਦਾ ਕਰਦਾ। ਤੇ ਜੇਕਰ ਤੁਸੀਂ ਇਸ ਚੈਨਲ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਯੂ ਕੈਨ ਕਾਲ ਅਸ, ਔਰ ਨੰਬਰ ਤਾਂ ਤੁਹਾਡੇ ਕੋਲ ਹੋਣਾ ਹੀ ਹੈ, ਜਗਦੀਪ ਸਰ ਦਾ। ਤੇ ਬਾਕੀ ਜੇ ਤੁਸੀਂ ਇਹਨੂੰ ਬਸ ਇੱਕ ਚੀਜ਼ ਦੀ ਤੁਹਾਡੇ ਤੋਂ ਪ੍ਰੋਮਿਸ ਹੈ ਕਿ ਤੁਸੀਂ ਲੈਕਚਰ ਲਾਉਂਦੀ ਵਾਰੀ ਨੋਟਬੁੱਕ ਨਾਲ ਰੱਖਣੀ ਹੈ। ਜਿਹੜੀ ਤੁਹਾਨੂੰ ਇਨਫੋਰਮੇਟਿਵ ਚੀਜ਼ ਲੱਗਦੀ ਹੈ ਪੌਜ਼ ਕੀਤਾ ਤੇ ਨਾਲ ਦੇ ਨਾਲ ਤੁਸੀਂ ਨੋਟ ਕਰ ਲਿਆ। ਤੇ ਅੱਜ ਦੇ ਇਹਨਾਂ ਗੱਲਾਂ ਦੇ ਨਾਲ ਮੈਂ ਅੱਜ ਦਾ ਸੈਸ਼ਨ ਤੁਹਾਡਾ ਐਂਡ ਕਰਦਾ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਣਾ। ਜੈ ਹਿੰਦ।